ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਸ਼ੁਰੂ ਕਰਨ ਲੱਗੇ ਹਾਂ ਗੁਰੂ ਪੀਰੀਅਡ ਦਾ ਪਾਰਟ 2 ਦੀ ਜੇ ਆਪਾਂ ਗੱਲ ਕਰੀਏ ਤਾਂ ਪਹਿਲਾਂ ਆਪਾਂ ਪੜ੍ਹਿਆ ਸੀ ਗੁਰੂ ਨਾਨਕ ਦੇਵ ਜੀ ਦੀ ਬਾਰੇ, ਜੀਵਨੀ ਪੜ੍ਹੀ ਉਹਨਾਂ ਦੀ, ਉਹਨਾਂ ਨੇ ਕੀ ਕੀਤਾ ਅਤੇ ਕਦੋਂ ਉਹਨਾਂ ਨੇ ਗੱਦੀ ਸ਼ੁਰੂ ਕੀਤੀ ਸੀ, ਅਤੇ ਫਿਰ ਗੁਰੂ ਅੰਗਦ ਦੇਵ ਜੀ, ਭਾਈ ਲਹਿਣਾ ਜੀ ਆਏ, ਉਹਨਾਂ ਬਾਰੇ ਆਪਾਂ ਪੜ੍ਹਿਆ। ਅੱਜ ਆਪਾਂ ਸ਼ੁਰੂ ਕਰਨ ਲੱਗੇ ਹਾਂ ਪਾਰਟ ਨੰਬਰ 2, ਯਾਨੀ ਕਿ ਗੁਰੂ ਅਮਰਦਾਸ ਜੀ ਤੋਂ ਸ਼ੁਰੂਆਤ ਕਰਨ ਲੱਗੇ ਹਾਂ। ਠੀਕ ਹੈ ਜੀ। ਗੁਰੂ ਅਮਰਦਾਸ ਜੀ ਜੋ ਆਪਾਂ ਪਹਿਲਾਂ ਪੜ੍ਹਿਆ ਸੀਗਾ ਕਿ 1552 ਈਸਵੀ ਤੋਂ ਉਹਨਾਂ ਦਾ ਕਾਲ ਸ਼ੁਰੂ ਹੋ ਜਾਂਦਾ ਅਤੇ 1574 ਈਸਵੀ ਤੱਕ, ਕਿਉਂਕਿ ਗੁਰੂ ਆਪਾਂ ਪਹਿਲਾਂ ਯਾਦ ਕੀਤਾ ਸੀ ਕਿ ਜਦੋਂ 40 ਈਅਰ ਤੱਕ ਗੁਰੂ ਨਾਨਕ ਦੇਵ ਜੀ ਨੇ ਆਪਣਾ ਗੱਦੀ ਸੰਭਾਲੀ ਸੀਗੀ। ਫਿਰ ਆਇਆ ਉਹਨਾਂ ਨੇ 13 ਤੋਲਿਆ, ਯਾਨੀ ਕਿ 1499 ਈਸਵੀ ਤੋਂ ਲੈ ਕੇ ਅਤੇ 1539 ਈਸਵੀ ਤੱਕ ਗੁਰੂ ਨਾਨਕ ਦੇਵ ਜੀ ਰਹੇ ਸੀ। 1539 ਤੋਂ ਲੈ ਕੇ ਫਿਰ ਆਪਾਂ 13 ਜੋੜਿਆ ਸੀ, 1552 ਈਸਵੀ ਤੱਕ ਆਪਣੇ 13 ਤੋਲਿਆ ਸੀ ਗੁਰੂ ਅੰਗਦ ਦੇਵ ਜੀ ਨੇ। ਫਿਰ 13 ਤੋਂ ਬਾਅਦ 12 ਹੋ ਗਿਆ ਸੀ, 12 ਹੋਇਆ ਸੀ ਅਤੇ 1552 ਦੇ ਵਿੱਚ ਜੇ ਤੁਸੀਂ 12 ਜੋੜੋਗੇ ਤਾਂ 1574 ਹੋ ਜਾਊਗਾ। ਉਹੀ ਟਾਈਮ ਆਪਾਂ ਯਾਦ ਕਰ ਰਹੇ ਹਾਂ। ਇਹਨਾਂ ਦਾ ਜਨਮ ਹੋਇਆ ਸੀ ਉਹ 1479 ਯਾਨੀ 1479 ਈਸਵੀ ਦੇ ਵਿੱਚ ਹੋਇਆ ਸੀਗਾ। 1479 ਈਸਵੀ 'ਚ ਜਦੋਂ ਹੋਇਆ ਸੀ ਤਾਂ ਆਪਾਂ ਉਹਨਾਂ ਨੂੰ ਕਿਵੇਂ ਯਾਦ ਕਰਾਂਗੇ ਕਿ 10 ਈਅਰ ਆਫ ਗੁਰੂ ਨਾਨਕ ਦੇਵ ਜੀ ਆਫਟਰ 10 ਈਅਰ ਯਾਨੀ ਕਿ 1469 ਈਸਵੀ 'ਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਅਤੇ ਤੀਜੇ ਗੁਰੂ ਅਮਰਦਾਸ ਜੀ ਦਾ ਜਨਮ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ 10 ਸਾਲ ਬਾਅਦ ਹੋਇਆ ਸੀਗਾ। ਪਰ ਗੁਰਗੱਦੀ 1552 ਈਸਵੀ ਵਿੱਚ ਲਿੱਤੀ ਸੀਗੀ ਅਤੇ 73 ਸਾਲ ਦੀ ਉਮਰ ਸੀ ਇਹਨਾਂ ਦੀ। 73 ਸਾਲ ਦੀ ਉਮਰ ਸੀ। ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਸ਼੍ਰੀ ਤੇਜਬਾਨ ਸੀਗਾ ਅਤੇ ਮਾਤਾ ਜੀ ਦਾ ਨਾਮ ਮਾਤਾ ਲక్ష్ਮੀ ਜੀ ਸੀਗਾ। ਠੀਕ ਹੈ ਜੀ। ਇਹਨਾਂ ਦਾ ਬਰਥ ਹੋਇਆ 1479 ਈਸਵੀ, ਬਸਰਕੇ ਅੰਮ੍ਰਿਤਸਰ ਡਿਸਟ੍ਰਿਕਟ ਹੈਗਾ ਉੱਥੇ। ਕਈ ਵਾਰੀ ਜਨਮ ਸਥਾਨ ਪੁੱਛ ਲੈਂਦੇ ਆ, ਬੜਾ ਇੰਪੋਰਟੈਂਟ ਹੁੰਦਾ ਇਹ ਵੀ। ਜਿਵੇਂ ਆਪਣੇ ਲਹਿਣਾ ਜੀ ਦਾ ਆਪਾਂ ਗੱਲ ਕਰੀਏ ਤਾਂ ਲਹਿਣਾ ਜੀ ਦਾ ਜਨਮ ਕਦੋਂ ਹੋਇਆ ਸੀ, ਅਤੇ ਲਹਿਣਾ ਜੀ ਦਾ ਜਨਮ 1400 ਲਗਭਗ 1504 ਈਸਵੀ 'ਚ ਹੋਇਆ ਸੀਗਾ। ਅਤੇ ਜੇ ਆਪਾਂ ਉਹਨਾਂ ਦੇ ਉਹ ਪੁੱਛੀਏ ਕਿ ਥਾਂ ਕਿੱਥੇ ਸੀਗਾ, ਤਾਂ ਉਹਨਾਂ ਦਾ ਥਾਂ ਮੁਕਤਸਰ ਸਾਹਿਬ 'ਚ ਸੀਗਾ। ਠੀਕ ਹੈ ਜੀ। ਉਵੇਂ ਹੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਕਿੱਥੇ ਹੈਗਾ, ਉਹ ਆਪਣੇ ਭਾਈ ਮਿੱਟੀ ਦੀ ਸਰਾਏ ਆਪਣੇ, ਠੀਕ ਹੈ ਜੀ, ਭਾਈ ਮਿੱਟੀ ਦੀ ਸਰਾਏ ਆਪਾਂ ਯਾਦ ਕੀਤਾ ਸੀਗਾ, ਉੱਥੋਂ ਸੀਗਾ। ਫਿਰ ਇਹਨਾਂ ਦੇ ਮਾਤਾ ਜੀ ਦਾ ਨਾਮ ਹੋ ਗਿਆ ਭਗਤ ਕੌਰ ਜੀ, ਲక్ష్ਮੀ ਦਾਸ ਵੀ ਕਹਿ ਦਿੰਦੇ ਆ, ਭਗਤ ਕੌਰ ਵੀ ਕਹਿੰਦੇ, ਲక్ష్ਮੀ ਦਾਸ ਜੀ ਵੀ ਕਹਿੰਦੇ ਆ, ਮਾਨਸਾ ਦੇਵੀ। ਅਤੇ ਫਿਰ ਇਹਨਾਂ ਦੇ ਪੁੱਤਰ ਦਾ ਨਾਮ ਹੋ ਗਿਆ ਮੋਹਰੀ ਜੀ ਅਤੇ ਮੋਹਨ ਜੀ, ਔਰ ਭਾਈ ਮੋਹਨ ਜੀ, ਭਾਈ ਮੋਹਰੀ ਜੀ, ਬੀਬੀ ਪਾਨੀ ਜੀ ਔਰ ਬੀਬੀ ਦਾਨੀ ਜੀ। ਬੀਬੀ ਪਾਨੀ ਜੀ ਉਹ ਹੈ ਜਿਨ੍ਹਾਂ ਦਾ ਵਿਆਹ ਜਾ ਕੇ ਅੱਗੇ ਹੁੰਦਾ ਹੈ ਗੁਰੂ ਰਾਮਦਾਸ ਜੀ ਨਾਲ। ਗੁਰੂ ਰਾਮਦਾਸ ਜੀ ਉਹ ਹੈਗੇ ਆ ਜੋ ਆਪਣੀ 7 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਪੇਰੈਂਟਸ ਦੀ ਡੈਥ ਹੋ ਜਾਂਦੀ ਹੈ ਅਤੇ ਉਹ ਅਨਾਥ ਹੋ ਜਾਂਦੇ ਆ। ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਦੇ ਕੋਲ ਆ ਕੇ ਸੇਵਾ ਕਰਦੇ ਆ। ਉੱਥੋਂ ਹੀ ਫਿਰ ਇਹਨਾਂ ਦਾ ਜਿਹੜਾ ਵਿਆਹ ਹੈਗਾ, ਜੋ ਮੈਰਿਜ ਹੈ, ਉਹ ਬੀਬੀ ਬਾਨੀ ਜੀ ਨਾਲ ਹੁੰਦੀ ਹੈ। ਚਲੋ ਆਪਾਂ ਗੁਰੂ ਅਮਰਦਾਸ ਜੀ ਦੇ ਬਾਰੇ ਥੋੜ੍ਹਾ ਪੜ੍ਹ ਲੈਂਦੇ ਹਾਂ। ਮਾਨਸਾ ਦੇਵੀ ਇਹਨਾਂ ਦੀ ਵਾਈਫ ਦਾ ਨਾਮ ਹੁੰਦਾ। ਮਾਨਸਾ ਦੇਵੀ ਨਾਲ ਹੀ ਇਹ ਸਲਾਹ ਕਰਦੇ ਆ ਕਿ ਬੀਬੀ ਭਾਨੀ ਵਾਸਤੇ ਕਿੱਦਾਂ ਦਾ ਵਰ ਹੋਣਾ ਚਾਹੀਦਾ ਹੈ। ਤਾਂ ਉਦੋਂ ਮਾਨਸਾ ਦੇਵੀ ਜੀ ਬੋਲਦੇ ਨੇ ਕਿ ਵੀ ਜੋ ਗੁਰੂ ਰਾਮਦਾਸ ਜੀ ਆ ਉਹਨਾਂ ਭਾਈ ਜੇਠਾ ਜੀ ਬੋਲਦੇ ਨੇ, ਭਾਈ ਜੇਠਾ ਯਾਰ ਕਾ ਮਤਲਬ ਵਰ ਹੋਣਾ ਚਾਹੀਦਾ ਹੈ, ਕਿਉਂਕਿ ਬੀਬੀ ਭਾਨੀ ਜੀ ਖੁਦ ਬਹੁਤ ਸੇਵਾ ਕਰਦੇ ਆ ਲੰਗਰ ਦੇ ਵਿੱਚ ਵੀ, ਅਤੇ ਪੂਰਾ ਯਾਨੀ ਸਹਿਯੋਗ ਕਰਦੇ ਆ ਹਰ ਥਾਂ 'ਤੇ। ਜਿਵੇਂ ਜਿੰਨਾ ਵੀ ਰਿਲੀਜੀਅਸ ਕੰਮ ਹੁੰਦੇ ਆ ਉਹਨਾਂ 'ਚ ਪੂਰੀ ਸੇਵਾ ਹੁੰਦੀ ਹੈ ਇਹਨਾਂ ਦੀ। ਅਤੇ ਫਿਰ ਹੈਗਾ ਇਹਨਾਂ ਦੀ ਭਾਈ ਦਾਨੀ ਜੀ ਅਤੇ ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ਹੋ ਗਏ ਇਹਨਾਂ ਦੇ ਡਾਟਰਸ। ਫਿਰ ਗੁਰੂ ਗੱਦੀ ਇਹਨਾਂ ਨੂੰ 1552 ਤੋਂ ਲੈ ਕੇ 1574 ਈਸਵੀ ਤੱਕ ਹੋਈ। ਫਿਰ ਇਹਨਾਂ ਨੇ ਮੰਜੀ ਪ੍ਰਥਾ ਸ਼ੁਰੂ ਕੀਤੀ ਸੀ। ਆਪਾਂ ਅੱਗੇ ਪੜ੍ਹਦੇ ਹਾਂ। ਸਭ ਤੋਂ ਇੰਪੋਰਟੈਂਟ ਹੈ ਆਨੰਦ ਸਾਹਿਬ ਕੰਪੋਜ਼ ਕੀਤਾ ਸੀ। ਕਈ ਵਾਰੀ ਐਗਜ਼ਾਮ 'ਚ ਪੁੱਛਿਆ ਜਾਂਦਾ, ਐ ਤੋਂ ਆਨੰਦ ਸਾਹਿਬ, ਐ ਤੋਂ ਅਮਰਦਾਸ ਜੀ, ਯਾਦ ਕਰ ਲਿਓ। ਫਿਰ ਇਹਨਾਂ ਨੇ ਸਿਟੀ ਕਿਹੜਾ ਫਾਊਂਡਡ ਕੀਤਾ ਸੀ, ਆਪਾਂ ਪਹਿਲਾਂ ਪੜ੍ਹ ਕੇ ਆਏ ਸੀ ਕਿ ਗੋਬਿੰਦੇ ਦੇ ਨਾਮ 'ਤੇ। ਪਿਛਲੇ ਪਾਰਟ 'ਚ ਆਪਾਂ ਪੜ੍ਹਿਆ ਗੋਬਿੰਦੇ ਦੇ ਨਾਮ 'ਤੇ ਸ਼ਹਿਰ ਵਸਾਇਆ ਗਿਆ। ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਸੌਂਪਿਆ ਸੀ, ਅਤੇ ਸ਼ੁਰੂਆਤ ਉਹਨਾਂ ਦੇ ਟਾਈਮ 'ਚ ਹੋਈ ਸੀ, ਲੇਕਿਨ ਕੰਪਲੀਟ ਕਿਹਨਾਂ ਨੇ ਕੀਤਾ ਸੀਗਾ, ਇਹ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਗੋਬਿੰਦਵਾਲ ਸਾਹਿਬ ਇਹਨਾਂ ਨੇ ਵਸਾਇਆ। ਕੰਸਟਰਕਟ ਕੀ ਕੀਤਾ, ਬੋਲੀ ਸਾਹਿਬ ਕੀਤਾ। ਬੋਲੀ ਸਾਹਿਬ ਕੀ ਹੁੰਦਾ, ਇੱਕ ਪਾਣੀ ਦਾ ਸੋਰਸ ਹੁੰਦਾ, ਵਾਟਰ ਸੋਰਸ ਹੁੰਦਾ। ਜਦੋਂ ਪਾਣੀ ਦੀ ਕਮੀ ਆ ਗਈ ਗੋਬਿੰਦਵਾਲ ਸਾਹਿਬ 'ਚ, ਤਾਂ ਇਹਨਾਂ ਨੇ ਬੋਲੀ ਸਾਹਿਬ ਬਣਾਇਆ। ਬੋਲੀ ਸਾਹਿਬ ਦੇ ਵਿੱਚ 84 ਪੌੜੀਆਂ ਹੈਗੀਆਂ। ਇਹ ਬੜਾ ਇੰਪੋਰਟੈਂਟ ਹੈਗਾ ਕਿ 84 ਪੌੜੀਆਂ ਦੀ ਬੋਲੀ ਸਾਹਿਬ ਬਣਾਈ ਸੀਗੀ। 84 ਜੂਨਾਂ ਤੋਂ ਰਿਲੇਟਡ ਹੈਗਾ ਇਹ। ਠੀਕ ਹੈ ਜੀ। ਪੰਗਤ ਅਤੇ ਫਿਰ ਪ੍ਰੋਸੀਡ ਸੰਗਤ, ਯਾਨੀ ਇਹ ਵੀ ਇੰਟਰੋਡਿਊਸ ਕਰਾਇਆ। ਪਹਿਲਾਂ ਪੰਗਤ ਅਤੇ ਫਿਰ ਉਸ ਤੋਂ ਬਾਅਦ ਸੰਗਤ, ਯਾਨੀ ਪਹਿਲਾਂ ਲੰਗਰ, ਉਸ ਤੋਂ ਬਾਅਦ ਆਪਣੀ ਜੋ ਪੂਜਾ ਕਰਨੀ ਉਹ। ਤਾਂ ਲੰਗਰ ਨੂੰ ਪੂਰੇ ਪ੍ਰੋਪਰ ਤਰੀਕੇ ਨਾਲ ਇਹਨਾਂ ਨੇ ਔਰਗਨਾਈਜ਼ ਕੀਤਾ ਕਿ ਇਸ ਤਰੀਕੇ ਨਾਲ ਪੰਗਤ ਦੇ ਤਰੀਕੇ ਨਾਲ ਲੰਗਰ ਹੋਣਾ ਚਾਹੀਦਾ। ਅਤੇ ਲੰਗਰ ਨੂੰ ਪ੍ਰੋਪਰ ਸਟਰੈਂਥ ਦੇਣ ਵਾਲੇ ਵੀ ਗੁਰੂ ਅਮਰਦਾਸ ਜੀ ਹੈਗੇ ਆ। ਇਹਨਾਂ ਦੇ ਟਾਈਮ 'ਚ ਅਕਬਰ ਚੱਲ ਰਿਹਾ ਸੀਗਾ। ਅਕਬਰ ਜੀ ਇਹਨਾਂ ਨੂੰ ਆ ਕੇ ਮਿਲਿਆ ਸੀ। ਅਕਬਰ ਜੀ ਬੀਬੀ ਪਾਨੀ ਨੂੰ ਜ਼ਮੀਨ ਦੇ ਕੇ ਗਿਆ ਸੀਗਾ। ਬੀਬੀ ਪਾਨੀ ਨੂੰ ਜ਼ਮੀਨ ਦੇ ਕੇ ਗਿਆ ਸੀ। ਜਦੋਂ ਅਕਬਰ ਇੱਕ ਵਾਰੀ ਕੀ ਹੋਇਆ, ਅਕਬਰ ਆਇਆ ਆਪਣੇ ਗੋਬਿੰਦਵਾਲ ਸਾਹਿਬ ਦਾ ਵਿਜ਼ਿਟ ਵੀ ਇਹਨੇ ਅਕਬਰੀ 'ਚ ਦਿੱਤਾ ਹੋਇਆ ਕਿ ਉਹਨਾਂ ਨੇ ਆ ਕੇ
ਵਿਜ਼ਿਟ ਕੀਤਾ ਸੀ ਗੋਬਿੰਦਵਾਲ ਸਾਹਿਬ। ਜਦੋਂ ਗੋਬਿੰਦਵਾਲ ਸਾਹਿਬ ਵਿਜ਼ਿਟ ਕੀਤਾ ਤਾਂ ਪਿੰਡ ਦੇ ਵਿੱਚ ਕੋਈ ਵੀ ਇੱਦਾਂ ਦਾ ਬੰਦਾ ਹੈ ਨਹੀਂ ਸੀ ਜੋ ਇਹਨਾਂ ਦੀ ਸੇਵਾ ਕਰਨ ਵਾਸਤੇ ਖੜ੍ਹਾ ਹੋਵੇ। ਇੱਥੋਂ ਤੱਕ ਕਿ ਬਾਬਾ ਗੁਰੂ ਅਮਰਦਾਸ ਜੀ ਵੀ ਆਪਣੀ ਜਿੱਥੇ ਰਹਿੰਦੇ ਸੀਗੇ ਉੱਥੇ ਬੈਠੇ ਸੀਗੇ, ਅਤੇ ਅਕਬਰ ਜਾ ਕੇ ਦੇਖਿਆ ਕਿ ਮੇਰੀ ਸੇਵਾ ਸੁਭਾ ਮੇਰੀ ਕੋਈ ਆ ਕੇ ਬੰਦਾ ਕੋਈ ਵੈਲਕਮ ਕਰਨ ਹੀ ਨਹੀਂ ਆਇਆ। ਤਾਂ ਉਦੋਂ ਜਾ ਕੇ ਪਹਿਲੀ ਵਾਰ ਉਹਨਾਂ ਨੇ ਲੰਗਰ ਛਕਿਆ, ਅਤੇ ਲੰਗਰ ਛਕ ਕੇ ਉਹਨਾਂ ਨੂੰ ਸਕੂਨ ਮਿਲਿਆ। ਅਤੇ ਉਹਨਾਂ ਨੇ ਆਪਣੀ ਆਇਨੇ ਅਕਬਰੀ 'ਚ ਵੀ ਲਿਖਵਾਇਆ ਹੋਇਆ ਕਿ ਵੀ ਸਭ ਤੋਂ ਵੱਧ ਜਿਹੜੀ ਸਕੂਨ ਵਾਲੀ ਥਾਂ ਸੀਗੀ ਤਾਂ ਉਹ ਗੋਬਿੰਦਵਾਲ ਸਾਹਿਬ ਦਾ ਵਿਜ਼ਿਟ ਸੀਗਾ ਮੇਰਾ। ਤਾਂ ਫਿਰ ਉਹਨਾਂ ਨੇ ਜ਼ਮੀਨ ਦਿੱਤੀ ਸੀ ਬੀਬੀ ਭਾਨੀ ਜੀ ਨੂੰ, ਕਿਉਂਕਿ ਅਮਰਦਾਸ ਜੀ ਨੇ ਮਨਾ ਕਰਤਾ ਸੀ ਕੋਈ ਵੀ ਚੀਜ਼ ਲੈਣ ਤੋਂ। ਅਤੇ ਫਿਰ ਇਹਨਾਂ ਨੂੰ ਆਪਣੀ ਭੈਣ ਬਣਾ ਕੇ ਫਿਰ ਇਹਨਾਂ ਨੂੰ ਜ਼ਮੀਨ ਦਿੱਤੀ ਸੀਗੀ। ਠੀਕ ਹੈ ਜੀ। ਫਿਰ ਹੈਗਾ ਭਾਈ ਜੇਠਾ ਜੀ, ਜੋ ਕਿ ਇਹਨਾਂ ਦੇ ਸਕਸੈਸਰ ਰਹੇ ਆ ਬਾਅਦ 'ਚ, ਜਿਨ੍ਹਾਂ ਦਾ ਨਾਮ ਗੁਰੂ ਰਾਮਦਾਸ ਜੀ ਹੋਇਆ। 1574 ਈਸਵੀ ਵਿੱਚ ਗੋਬਿੰਦਵਾਲ ਸਾਹਿਬ 'ਚ ਜੋਤੀ ਜੋਤ ਹੋ ਗਏ। ਹੁਣ ਆਪਾਂ ਚੀਜ਼ਾਂ ਦੇਖਦੇ ਹਾਂ। ਕੰਸਟਰਕਸ਼ਨ ਆਫ ਬੋਲੀ ਐਟ ਗੁਰੂ ਗੋਬਿੰਦਵਾਲ ਸਾਹਿਬ। ਬੋਲੀ ਦਾ ਮਤਲਬ ਹੁੰਦਾ ਸੋਰਸ ਆਫ ਵਾਟਰ, ਯਾਨੀ ਕਿ 84 ਸਟੈਪਸ ਸੀਗੇ ਬੋਲੀ ਸਾਹਿਬ ਦੇ ਜੋ ਕੰਸਟਰਕਟ ਕਰਾਏ। ਕਦੋਂ ਕਰਾਏ? 1559 ਈਸਵੀ ਵਿੱਚ। ਸ਼ੁਰੂਆਤ ਕਦੋਂ ਹੁੰਦੀ ਹੈ ਇਹਨਾਂ ਦੀ? 1552 'ਚੋਂ, ਯਾਨੀ ਕਿ 7 ਸਾਲਾਂ ਬਾਅਦ ਇਹਨਾਂ ਨੇ ਸ਼ੁਰੂਆਤ ਕਰਾਤੀ ਬੋਲੀ ਸਾਹਿਬ ਦੀ। ਠੀਕ ਹੈ ਜੀ। ਫਿਰ ਹੈ ਐਕਸਪੈਂਸ਼ਨ ਆਫ ਦਾ ਲੰਗਰ ਸਿਸਟਮ। ਲੰਗਰ ਸਿਸਟਮ ਨੂੰ ਪ੍ਰੋਪਰ ਪੰਗਤ ਆਫਟਰ ਪ੍ਰੋਸੀਡ ਸੰਗਤ, ਯਾਨੀ ਕਿ ਇਹਨਾਂ ਨੇ ਪੰਗਤ ਅਤੇ ਸੰਗਤ ਦਾ ਜੋ ਸਿਸਟਮ ਚਲਾਇਆ ਲੰਗਰ ਸਾਹਿਬ ਨੂੰ, ਲੰਗਰ ਸਿਸਟਮ ਨੂੰ ਐਕਸਪੈਂਸ਼ਨ ਵੀ ਇਹਨਾਂ ਨੇ ਦਿੱਤਾ। ਅਕਬਰ ਵੀ ਇਹਨਾਂ ਦੇ ਵਿੱਚ ਹਰੀਪੁਰ ਦੇ ਰਾਜੇ ਦੇ ਨਾਲ ਆਇਆ ਸੀਗਾ, ਤਾਂ ਇੱਥੇ ਆ ਕੇ ਲੰਗਰ ਛਕਿਆ ਸੀ। ਮੰਜੀ ਪ੍ਰਥਾ ਇਹਨਾਂ ਨੇ ਸ਼ੁਰੂ ਕੀਤੀ ਤਾਂ 22 ਮੰਜੀਆਂ ਰਖਵਾਈਆਂ ਗਈਆਂ ਕੁੱਲ। ਠੀਕ ਹੈ, 22 ਮੰਜੀਆਂ ਇਹਨਾਂ ਨੇ ਉੱਥੇ ਰਖਵਾਈਆਂ। 22 ਮੰਜੀਆਂ ਕੀ ਹੁੰਦਾ? ਮੰਜੀਆਂ ਦਾ ਮਤਲਬ ਇਹ ਹੋਇਆ ਕਿ ਇਹ ਗੁਰੂ ਅਮਰਦਾਸ ਜੀ ਆਪ ਉਮਰ 'ਚ ਬਹੁਤ ਬੁੱਢੇ ਸੀਗੇ ਹੈ ਨਾ। ਫਿਰ ਯਾਦ ਕਰਨ ਦਾ ਵੀ ਤਰੀਕਾ ਹੈਗਾ ਕਿ ਉਮਰ 'ਚ ਬਹੁਤ ਦਰਾਜ਼ ਸੀ, ਉਮਰ ਦਰਾਜ਼ ਬਹੁਤ ਸੀ। 73 ਸਾਲਾਂ ਦੀ ਉਮਰ ਦੇ ਵਿੱਚ ਇਹ ਖੁਦ ਗੱਦੀ 'ਤੇ ਬੈਠੇ, ਅਤੇ ਖੁਦ ਜਾ ਕੇ ਕਿਤੇ ਵੀ ਬਹੁਤ ਥਾਂ 'ਤੇ ਵਿਜ਼ਿਟ ਨਹੀਂ ਕਰ ਸਕਦੇ ਸੀਗੇ। ਤਾਂ ਫਿਰ ਇਹਨਾਂ ਨੇ ਮੰਜੀ ਪ੍ਰਥਾ ਸ਼ੁਰੂ ਕੀਤੀ। ਮੰਜੀ ਪ੍ਰਥਾ ਦਾ ਮਤਲਬ ਇਹ ਸੀ ਕਿ ਥਾਂ ਜੋ ਮੇਨ ਥਾਵਾਂ ਸੀਗੀਆਂ ਉੱਥੇ ਮੰਜੀਆਂ ਰਖਵਾਈਆਂ ਗਿਆ। ਉਹਨਾਂ ਦਾ ਇੱਕ ਮੰਜੀਦਾਰ ਬਣਾਇਆ ਗਿਆ, ਜਿਹੜਾ ਕਿ ਜੋ ਵੀ ਜਿੰਨੇ ਵੀ ਆਪਣੇ ਪ੍ਰੀਚਰਸ ਸੀਗੀਆਂ, ਜਿੰਨੇ ਵੀ ਗੁਰੂ ਦੀ ਬਾਣੀ ਸੀਗੀ ਜਾਂ ਸ਼ਬਦ ਸੀਗੇ ਜਾਂ ਜਿੰਨੀ ਵੀ ਸਲਾਹਾਂ ਦੇਣੀਆਂ ਸੀਗੀਆਂ ਧਾਰਮਿਕ ਸਲਾਹਾਂ, ਉਹ ਇਹ ਮੰਜੀਦਾਰ ਦਿੰਦੇ ਸੀਗੇ। ਉਹਨੂੰ ਮੰਜੀ ਪ੍ਰਥਾ ਬੋਲਿਆ ਜਾਂਦਾ ਹੈ। ਤਾਂ ਕੁਐਸਚਨ ਆਉਂਦਾ ਐਗਜ਼ਾਮ 'ਚ ਕਿ ਮੰਜੀ ਪ੍ਰਥਾ ਕਿਹਨੇ ਸ਼ੁਰੂ ਕੀਤੀ ਸੀ? ਤਾਂ ਮੰਜੀ ਪ੍ਰਥਾ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਸੀ। ਹੁਣ ਮੰਜੀ ਤੋਂ ਬਾਅਦ ਆਉਂਦਾ ਮਸੰਦ, ਮਸੰਦ ਤੋਂ ਬਾਅਦ ਆਉਣਗੇ ਦਸਵੰਧ। ਅਤੇ ਇਹ ਤਿੰਨੋਂ ਐਗਜ਼ਾਮ 'ਚ ਪੁੱਛੇ ਜਾਣ ਵਾਲੇ ਬਹੁਤ ਪੋਪੂਲਰ ਕੁਐਸਚਨ ਹੈਗੇ ਆ। ਮੰਜੀ ਪ੍ਰਥਾ ਕਿਸ ਨੇ ਸ਼ੁਰੂ ਕੀਤੀ? ਗੁਰੂ ਅਮਰਦਾਸ ਜੀ ਨੇ। ਫਿਰ ਪੁੱਛਣਗੇ ਮਸੰਦ ਪ੍ਰਥਾ ਕਿਹਨੇ ਸ਼ੁਰੂ ਕੀਤੀ? ਫਿਰ ਉਹ ਆਪਾਂ ਦੱਸਾਂਗੇ ਗੁਰੂ ਰਾਮਦਾਸ ਜੀ ਨੇ। ਫਿਰ ਪੁੱਛਣਗੇ ਦਸਵੰਧ ਪ੍ਰਥਾ ਕਿਹਨੇ ਸ਼ੁਰੂ ਕੀਤੀ? ਦਸਵੰਧ ਪ੍ਰਥਾ ਦਾ ਮਤਲਬ ਹੁੰਦਾ ਹੈ 1/10ਵਾਂ ਭਾਗ ਆਪਣੀ ਇਨਕਮ ਦਾ ਦੇਣਾ, ਕਨਫਰਮ ਕਰ ਦੇਣਾ, ਯਾਨੀ ਕਿ ਉਸ ਦਿਨ ਤੋਂ ਓਫੀਸ਼ੀਅਲੀ ਲੈਟਰ ਬਣ ਗਿਆ ਸੀ, ਐਂ ਸਮਝ ਲਓ। ਅਤੇ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕੀਤਾ। ਫਿਰ ਹੁੰਦਾ ਕ੍ਰਿਟੀਸਿਜ਼ਮ ਆਫ ਸਤੀ ਪ੍ਰਥਾ ਔਰ ਪਰਦਾ ਪ੍ਰਥਾ। ਬੜਾ ਵਧੀਆ ਕੁਐਸਚਨ ਹੈਗਾ ਇਹ, ਐਗਜ਼ਾਮ 'ਚ ਪੁੱਛਿਆ ਘੱਟ ਗਿਆ ਲੇਕਿਨ ਪੁੱਛਿਆ ਜਾ ਸਕਦਾ। ਜਦੋਂ ਵੀ ਪੁੱਛਿਆ ਜਾਊਗਾ ਤਾਂ ਜ਼ਿਆਦਾਤਰ ਲੋਕਾਂ ਦਾ ਸਹੀ ਨਹੀਂ ਹੋਊਗਾ, ਮਤਲਬ ਮਿਨੀਮਮ ਲੋਕਾਂ ਦਾ ਸਹੀ ਹੋਊਗਾ। ਅੱਛਾ ਕੁਐਸਚਨ ਹੈ। ਸਤੀ ਪ੍ਰਥਾ ਦਾ ਵਿਰੋਧ ਕੀਤਾ ਇਹਨਾਂ ਨੇ। ਠੀਕ ਹੈ। ਪਰਦਾ ਪ੍ਰਥਾ ਦਾ ਵਿਰੋਧ ਕੀਤਾ। ਪਹਿਲੇ ਗੁਰੂ ਇਹ ਸੀਗੇ ਜਿਨ੍ਹਾਂ ਨੇ ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਦਾ ਵਿਰੋਧ ਕੀਤਾ, ਅਤੇ ਗੁਰੂ ਅਮਰਦਾਸ ਜੀ ਸੀਗੇ। ਠੀਕ ਹੈ ਜੀ। ਅਮਰਦਾਸ ਜੀ ਨੇ ਹੀ ਸਤੀ ਪ੍ਰਥਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਇਹਨਾਂ ਦਾ ਵਿਰੋਧ ਕੀਤਾ। ਠੀਕ ਹੈ ਜੀ, ਇਹ ਵੀ ਯਾਦ ਕਰ ਲਿਓ। ਫਿਰ ਅਕਬਰ ਦਾ ਵਿਜ਼ਿਟ ਹੋਇਆ ਗੋਬਿੰਦਵਾਲ ਸਾਹਿਬ 1567 ਈਸਵੀ ਦੇ ਵਿੱਚ, ਹੈ ਨਾ। ਫਿਰ ਉੱਥੇ ਕੀ ਹੋਇਆ ਸੀ? ਇਹਨਾਂ ਨੇ ਜੋ ਰੂਲ ਸੀਗੇ ਲੰਗਰ ਸਿਸਟਮ ਦੇ ਉਹਨਾਂ ਨੂੰ ਫੋਲੋ ਕੀਤਾ। ਫਸਟ ਸੈਟ ਇਨ ਪੰਗਤ ਐਂਡ ਟੁੱਕ ਲੰਗਰ। ਠੀਕ ਹੈ, ਇਹਨਾਂ ਨੇ ਪੰਗਤ ਅਤੇ ਸੰਗਤ ਦਾ ਪ੍ਰੋਪਰਲੀ ਫੋਲੋਅਪ ਕੀਤਾ। ਅਤੇ ਇਹਨਾਂ ਨੇ ਆਪਣੀ ਆਇਨੇ ਅਕਬਰੀ 'ਚ ਵੀ ਲਿਖਿਆ ਹੋਇਆ ਕਿ ਮੇਰਾ ਸਭ ਤੋਂ ਵਧੀਆ ਜੋ ਵਿਜ਼ੀਟੇਸ਼ਨ ਰਿਹਾ ਅੱਜ ਤੱਕ ਦਾ ਲਾਈਫ ਦਾ, ਜਿੱਥੇ ਮੈਨੂੰ ਸ਼ਾਂਤੀ ਯਾਨੀ ਕਿ ਪੀਸ ਫੀਲ ਹੋਇਆ, ਉਹ ਗੋਬਿੰਦਵਾਲ ਦੀ ਵਿਜ਼ਿਟ ਸੀਗੀ। ਠੀਕ ਹੈ ਜੀ। ਕੰਪੋਜ਼ ਆਨੰਦ ਸਾਹਿਬ, ਇੰਪੋਰਟੈਂਟ, ਵੈਰੀ ਇੰਪੋਰਟੈਂਟ। ਕੰਪੋਜ਼ ਆਨੰਦ ਸਾਹਿਬ ਯਾਨੀ ਇਹਨੂੰ ਬਾਣੀ ਬੋਲ ਦਿੰਦੇ ਹਾਂ। ਇਹ ਕੀ ਸੀਗਾ ਕਿ ਜਦੋਂ ਰਿਸਾਈਟ ਕਰਨਾ, ਯਾਨੀ ਕਿ ਗੁਣਗਾਨ ਕਰਨਾ ਕਿਸ ਚੀਜ਼ ਦਾ? ਆਨੰਦ ਸਾਹਿਬ ਦਾ। ਜਦੋਂ ਕਿਸੇ ਦਾ ਬਰਥ ਹੋਊਗਾ, ਜਨਮ ਹੋਊਗਾ, ਜਾਂ ਮੈਰਿਜ ਹੋਊਗੀ, ਜਾਂ ਓਕੇਜਨ ਆਫ ਹੈਪੀਨੈਸ, ਜਦੋਂ ਵੀ ਉਹ ਹੈਪੀਨੈਸ ਦਾ ਓਕੇਜਨ ਹੋਊਗਾ ਉਦੋਂ ਆਨੰਦ ਸਾਹਿਬ ਦਾ ਮਤਲਬ ਪਾਠ ਕਰਨਾ ਹੈਗਾ। ਬਾਣੀ ਕਹਿੰਦੇ ਸੀਗੇ ਇਹਨੂੰ। ਅਤੇ ਇਹ ਸਭ ਤੋਂ ਪਹਿਲਾਂ ਇਹਨਾਂ ਨੇ ਸ਼ੁਰੂ ਕੀਤਾ। ਬਹੁਤ ਸਾਰੇ ਓਕੇਜਨ 'ਤੇ ਜਾਂ ਕੋਈ ਫੈਸਟੀਵਲਾਂ 'ਤੇ ਵੀ ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈਗਾ। ਠੀਕ ਹੈ ਜੀ। ਫਿਰ ਕੰਸਟਰਕਸ਼ਨ ਆਫ ਗੋਬਿੰਦਵਾਲ ਸਾਹਿਬ। ਗੋਬਿੰਦਵਾਲ ਸਾਹਿਬ ਦੇ ਵਿੱਚ ਇਹਨਾਂ ਨੇ ਕੰਸਟਰਕਸ਼ਨ ਪੂਰਾ ਕੀਤਾ। ਗੋਬਿੰਦਵਾਲ ਸ਼ਹਿਰ ਕਿਹਨਾਂ ਨੇ ਵਸਾਇਆ? ਇਹਨਾਂ ਨੇ ਵਸਾਇਆ। ਫਿਰ 84 ਸਟੈਪ ਦੀ ਜਿਹੜੀ ਬੋਲੀ ਸੀਗੀ ਉਹ ਵੀ ਇਹਨਾਂ ਨੇ, ਜੋ ਸੋਰਸ ਆਫ ਵਾਟਰ ਹੈ ਉਹ ਵੀ ਗੋਬਿੰਦਵਾਲ ਸਾਹਿਬ ਦੇ ਵਿੱਚ ਇਹਨਾਂ ਨੇ ਵਸਾਈ। ਹੁਣ ਕੀ ਭਾਈ ਜੇਠਾ ਜੀ? ਭਾਈ ਜੇਠਾ ਜੀ ਉਹ ਸੀਗੇ ਜਿਨ੍ਹਾਂ ਨੇ ਗੋਬਿੰਦਵਾਲ ਸਾਹਿਬ ਦੇ ਵਿੱਚ ਜੋ ਬੋਲੀ ਬਣ ਰਹੀ ਸੀ, ਜਿਹੜਾ ਪਾਣੀ ਸੋਰਸ ਆਫ ਵਾਟਰ ਬਣ ਰਿਹਾ ਸੀ, ਇਹਨਾਂ ਨੇ ਬੜੀ ਇਹਨਾਂ ਨੇ ਇੱਥੇ ਮਿਹਨਤ ਕੀਤੀ, ਕਿਉਂਕਿ ਇਹਨਾਂ ਦਾ ਜਨਮ ਹੋਇਆ ਸੀ 1534 ਈਸਵੀ ਚੁੰਨਾ ਭੱਟੀ ਦੇ ਵਿੱਚ, ਪਾਕਿਸਤਾਨ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਇਹਨਾਂ ਦੇ ਪਿਤਾ ਜੀ ਦਾ ਨਾਮ ਹਰੀਦਾਸ ਸੀ ਅਤੇ ਮਾਤਾ ਦਾ ਨਾਮ ਮਾਤਾ ਨੂਪ ਦੇਵੀ ਸੀਗੀ।
ਜਦੋਂ ਇਹਨਾਂ ਦੀ ਪੈਰੈਂਟਸ ਦੀ ਡੈਥ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਗੋਬਿੰਦਵਾਲ ਸਾਹਿਬ ਪਹੁੰਚ ਗਏ। ਗੋਬਿੰਦਵਾਲ ਸਾਹਿਬ ਪਹੁੰਚੇ, ਉੱਥੇ ਜਾ ਕੇ ਇਹਨਾਂ ਨੇ ਬਹੁਤ ਹੈਲਪ ਕੀਤੀ, ਆਪਣੇ ਜੋ ਬੋਲੀ ਬਣਾ ਰਹੇ ਆ ਉਹਨਾਂ ਵਿੱਚ ਬੜੀ ਹੈਲਪ ਕੀਤੀ। ਖੁਦ ਇਹ ਆਪ ਟੋਕਰੀ ਚੱਕਦੇ ਹੁੰਦੇ ਸੀ ਮਿੱਟੀ ਦੀ। ਅਤੇ ਇੱਕ ਵਾਰੀ ਇਹਨਾਂ ਦੇ ਸ਼ਰੀਕ ਵੀ ਆਏ ਸੀ, ਕਿਤੇ ਸ਼ਰੀਕ ਆ ਕੇ ਇਹਨਾਂ ਨੂੰ ਦੇਖਿਆ ਕਿ ਇਹ ਤਾਂ ਮਿੱਟੀ ਦੀ ਟੋਕਰੀ, ਉਦੋਂ ਇਹਨਾਂ ਦਾ ਵਿਆਹ ਹੋ ਗਿਆ ਸੀ। ਭਾਈ ਜੇਠਾ ਜੀ ਦਾ ਵਿਆਹ ਬੀਬੀ ਪਾਨੀ ਜੀ ਨਾਲ ਹੋ ਗਿਆ ਸੀ, ਬੀਬੀ ਪਾਨੀ ਜੀ ਨਾਲ ਹੋ ਗਿਆ ਸੀ। ਜਦੋਂ ਬੀਬੀ ਪਾਨੀ ਜੀ ਨਾਲ ਇਹਨਾਂ ਦਾ ਵਿਆਹ ਹੋ ਗਿਆ ਤਾਂ ਫਿਰ ਜਦੋਂ ਇਹਨਾਂ ਦੇ ਸ਼ਰੀਕ ਆਏ, ਇਹਨਾਂ ਨੇ ਦੇਖਿਆ ਕਿ ਯਾਰ ਗੁਰੂ ਅਮਰਦਾਸ ਜੀ ਦੇ ਜਵਾਈ ਆ, ਉਹਨਾਂ ਨੂੰ ਖੁਦ ਨੂੰ ਟੋਕਰੀ 'ਚ ਕਰ ਰੱਖਿਆ, ਅਤੇ ਆਹ ਇੱਜ਼ਤ ਹੈਗੀ ਆ ਇਹਨਾਂ ਦੀ। ਤਾਂ ਇਹ ਕਰਕੇ ਬੜੇ ਕੜਵੇ ਸ਼ਬਦ ਬੋਲੇ ਸੀਗੇ। ਅਤੇ ਫਿਰ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਇਹ ਸ਼ਬਦ ਬੋਲਿਆ ਕਿ ਇਹ ਤੁਹਾਡੀ ਟੋਕਰੀ, ਇਹ ਜਿਹੜੇ ਪਾਪਾਂ ਦੀ, ਜਿਹੜੇ ਵੀ ਤੁਸੀਂ ਮਿਹਨਤ ਦੀ ਟੋਕਰੀ ਚੱਕੀ ਹੋਈ ਹੈ, ਇਹਦੇ ਨਾਲ ਪਾਪ ਤੁਲੇ ਹੈਗੇ ਆ ਤੁਹਾਡੇ, ਜਿਨ੍ਹਾਂ ਨੇ ਵੀ ਪਾਪ ਕੀਤੇ ਆ। ਇਹਨਾਂ ਕਰਕੇ ਉਹਨਾਂ ਦੀ ਅੱਖਾਂ ਖੁੱਲ੍ਹੀਆਂ ਸੀਗੀਆਂ। ਅਤੇ ਇੱਕ ਛੋਟੀ ਜਿਹੀ ਕਹਾਣੀ ਹੈਗੀ ਆ। ਉਸ ਤੋਂ ਬਾਅਦ ਆਏ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ ਦਾ ਜਨਮ ਕਿੱਥੇ ਹੋਇਆ? ਚੂਨਾਭੱਟੀ ਲਾਹੌਰ ਦੇ ਵਿੱਚ ਹੋਇਆ। ਇਹਨਾਂ ਦੇ ਪਿਤਾ ਜੀ ਦਾ ਨਾਮ ਦਾਸ ਜੀ ਸੀ, ਹਰੀਦਾਸ ਜੀ। ਮਾਤਾ ਦਇਆ ਕੌਰ। ਬੀਬੀ ਪਾਨੀ ਜੀ ਇਹਨਾਂ ਦੀ ਵਾਈਫ ਦਾ ਨਾਮ ਸੀਗਾ, ਠੀਕ ਹੈ ਜੀ। ਫਿਰ ਪ੍ਰਿਥਵੀ ਚੰਦ ਅਤੇ ਮਹਾਦੇਵ ਅਤੇ ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਆਪਣੇ ਬਣ ਜਾਣਗੇ। ਅਤੇ ਗੁਰੂ ਅਰਜਨ ਦੇਵ ਜੀ ਇਹਨਾਂ ਦੇ ਉਹ ਸੀਗੇ, ਸਭ ਤੋਂ ਵੱਡੇ ਪੁੱਤ ਸੀਗੇ। ਹੁਣ ਚੀਜ਼ ਕੀ ਹੋਈ ਕਿ ਗੁਰੂ ਅਮਰਦਾਸ ਜੀ ਸੀ, ਇਹਨਾਂ ਨੇ ਕੀ ਕੀਤਾ, ਭਾਈ ਜੇਠਾ ਜੀ ਨੂੰ ਕੀ ਦਿੱਤਾ, ਗੱਦੀ ਦਿੱਤੀ। ਇੱਥੋਂ ਕੀ ਹੋ ਗਈ, ਇਹ ਪਰਿਵਾਰਿਕ ਗੱਦੀ ਸ਼ੁਰੂ ਹੋ ਗਈ, ਕਿਉਂਕਿ ਗੁਰੂ ਅੰਗਦ ਦੇਵ ਜੀ ਨੇ ਥਰਡ ਪਰਸਨ ਨੂੰ ਦਿੱਤੀ ਇੱਕ ਤਰ੍ਹਾਂ ਜੀ, ਯਾਨੀ ਥਰਡ ਗੁਰੂ ਸੀ, ਉਹ ਅਲੱਗ ਸੀਗੇ, ਯਾਨੀ ਕਿ ਉਹਨਾਂ ਕੋਲ ਆਏ। ਪਰ ਗੁਰੂ ਜਿਹੜੇ ਜੇਠਾ ਜੀ ਸੀ, ਭਾਈ ਜੇਠਾ ਜੀ ਸੀ, ਉਹ ਇਹਨਾਂ ਦੇ ਜਵਾਈ ਬਣ ਗਏ, ਯਾਨੀ ਕਿ ਘਰ ਦੇ ਵਿੱਚ ਹੀ ਗੱਦੀ ਚਲੀ ਗਈ। ਤਾਂ ਇੱਥੋਂ ਗੱਦੀ ਕਿਤੇ ਨਾ ਕਿਤੇ ਪਰਿਵਾਰਿਕ ਹੋ ਗਈ ਹੈ। ਹੁਣ ਅੱਗੇ ਸਾਰੀ 10 ਗੁਰੂਆਂ ਤੱਕ ਪਰਿਵਾਰਿਕ ਹੀ ਰਹੂਗੀ। ਕਈ ਵਾਰੀ ਕੁਐਸਚਨ ਪੁੱਛਿਆ ਜਾਂਦਾ ਕਿ ਪਰਿਵਾਰਿਕ ਗੱਦੀ ਕਦੋਂ ਤੋਂ, ਘਰ ਦੇ ਵਿੱਚ ਗੱਦੀ ਕਦੋਂ ਤੋਂ ਰੱਖਣ ਦੀ ਪ੍ਰਥਾ ਸ਼ੁਰੂ ਹੋਈ? ਤਾਂ ਗੁਰੂ ਅਮਰਦਾਸ ਦੇ ਟਾਈਮ ਤੋਂ ਜੀ। ਤਾਂ ਗੁਰੂ ਅਮਰਦਾਸ ਦਾਸ ਜੀ ਤੋਂ ਬੜੇ ਕੁਐਸਚਨ ਪੁੱਛੇ ਜਾਂਦੇ ਆ ਕਿ ਸਭ ਤੋਂ ਵੱਧ ਉਮਰ ਦਾ ਜਿਹੜਾ ਗੱਦੀ 'ਤੇ ਬੈਠੇ ਸੀ ਉਹ ਕੌਣ ਸੀ? ਉਹ ਵੀ ਗੁਰੂ ਅਮਰਦਾਸ ਜੀ ਸੀ। ਲੰਗਰ ਸਿਸਟਮ ਨੂੰ ਪ੍ਰੋਪਰ ਕਰਨ ਵਾਲੇ ਗੁਰੂ ਅਮਰਦਾਸ ਜੀ ਸੀ। ਮੰਜੀ ਪ੍ਰਥਾ ਸ਼ੁਰੂ ਕਰਨ ਵਾਲੇ ਗੁਰੂ ਅਮਰਦਾਸ ਜੀ ਸੀ। ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਦਾ ਵਿਰੋਧ ਕਰਨ ਵਾਲੇ ਗੁਰੂ ਅਮਰਦਾਸ ਜੀ ਸੀ। ਮੈਂ ਸਿੱਧੇ ਕੁਐਸਚਨਾਂ ਨੂੰ ਹੀ ਟਾਰਗੇਟ ਕੀਤਾ ਹੈਗਾ, ਠੀਕ ਹੈ ਜੀ। ਫਿਰ ਗੁਰੂ ਗੋਬਿੰਦਵਾਲ ਸਾਹਿਬ ਨੂੰ ਵਸਾਉਣ ਵਾਲੇ ਕੌਣ ਸੀਗੇ? ਉਹ ਵੀ ਅਮਰਦਾਸ ਜੀ ਸੀਗੇ। ਕੰਸਟਰਕਸ਼ਨ ਕਿਹਨਾਂ ਦੇ ਟਾਈਮ ਸ਼ੁਰੂ ਹੋਇਆ? ਉਹ ਅੰਗਦ ਦੇਵ ਜੀ ਦੇ ਟਾਈਮ 'ਤੇ ਸ਼ੁਰੂ ਹੋਇਆ, ਠੀਕ ਹੈ ਜੀ। ਇਹੀ ਚੀਜ਼ਾਂ ਸੀਗੀਆਂ ਜਿਹੜੀਆਂ ਇੰਪੋਰਟੈਂਟ ਸੀਗੀਆਂ। ਬਾਕੀ ਮੰਜੀ ਪ੍ਰਥਾ ਸ਼ੁਰੂ ਕਰਤੀ। ਆਨੰਦ ਸਾਹਿਬ ਕਿਹਨਾਂ ਨੇ ਲਿਖਿਆ? ਗੁਰੂ ਅਮਰਦਾਸ ਜੀ ਨੇ ਲਿਖਿਆ। ਆਨੰਦ ਸਾਹਿਬ ਕੀ ਸੀਗਾ? ਜੋ ਮੈਰਿਜ ਜਾਂ ਕੋਈ ਹੈਪੀਨੈਸ ਦੇ ਟਾਈਮ 'ਚ ਇਹਦਾ ਪਾਠ ਕੀਤਾ ਜਾਂਦਾ ਸੀ, ਉਹ ਸੀਗਾ, ਠੀਕ ਹੈ, ਆਨੰਦ ਸਾਹਿਬ। ਫਿਰ ਹੋਰ ਚੀਜ਼ਾਂ, ਪੰਗਤ ਅਤੇ ਸੰਗਤ ਨੂੰ ਪ੍ਰੋਸੀਡ ਕਿਹਨੇ ਕੀਤਾ? ਇਹ ਵੀ ਆਪਣੇ ਗੁਰੂ ਅਮਰਦਾਸ ਜੀ ਨੇ ਕੀਤਾ। ਭਾਈ ਜੇਠਾ ਜੀ ਇਹਨਾਂ ਦੇ ਫਿਰ ਅੱਗੇ ਚੌਥੇ ਗੁਰੂ ਹੋ ਜਾਂਦੇ ਆਪਣੇ। ਅਤੇ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਜੀ ਦਾ ਨਾਮ ਦਿੱਤਾ ਗਿਆ। ਗੁਰੂ ਰਾਮਦਾਸ ਜੀ ਇਹਨਾਂ ਦਾ ਪਹਿਲਾਂ ਤੋਂ ਹੀ ਨਾਂ ਸੀਗਾ, ਪਰ ਜੇਠਾ ਜੀ ਜੇਠਾ ਪੁੱਤ ਹੋਣ ਕਰਕੇ ਬੋਲਿਆ ਜਾਂਦਾ ਸੀਗਾ। ਫਾਦਰ ਹਰੀ ਸਾਹਿਬ ਸੀ, ਮਾਤਾ ਦਇਆ ਕੌਰ ਸੀਗਾ। 7 ਸਾਲਾਂ ਦੀ ਉਮਰ 'ਚ ਡੈਥ ਹੋ ਗਈ। ਉਸ ਤੋਂ ਬਾਅਦ ਭਾਈ ਜੇਠਾ ਜੀ ਅਤੇ ਬੀਬੀ ਪਾਨੀ ਜੀ ਦਾ ਵਿਆਹ ਹੋਇਆ। ਪ੍ਰਿਥਵੀ ਚੰਦ ਇਹਨਾਂ ਦਾ ਇੱਕ ਮੁੰਡਾ, ਫਿਰ ਮਹਾਦੇਵ ਅਤੇ ਗੁਰੂ ਅਰਜਨ ਦੇਵ ਜੀ ਇਹਨਾਂ ਦੇ 5th ਗੁਰੂ ਆਪਣੇ ਬਣ ਜਾਣਗੇ। ਇਹ ਸਭ ਤੋਂ ਵੱਡੇ ਮੁੰਡੇ ਸੀਗੇ। ਫਿਰ ਜਦੋਂ ਡੈਥ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਨਾ ਬਸਰਕੇ ਚਲੇ ਗਏ ਅੰਮ੍ਰਿਤਸਰ ਫਿਰ ਰਹੇ, ਠੀਕ ਹੈ, ਅੰਮ੍ਰਿਤਸਰ ਰਹੇ। ਉਸ ਤੋਂ ਬਾਅਦ ਮਸੰਦ ਸਿਸਟਮ ਇਹਨਾਂ ਨੇ ਸ਼ੁਰੂ ਕੀਤਾ। ਅਤੇ ਫਿਰ ਉਹਨਾਂ ਤੋਂ ਬਾਅਦ ਇਹਨਾਂ ਨੇ ਜੋ ਹੈਮਸ ਲਿਖੇ ਸੀਗੇ ਉਹ 638 ਸੀਗੇ। 30 ਡਿਫਰੈਂਟ ਰਾਗਸ ਸੀਗੇ। ਲਾਵਾਂ ਇਹਨਾਂ ਨੇ, ਸਭ ਤੋਂ ਇੰਪੋਰਟੈਂਟ ਕੁਐਸਚਨ ਬਣਦਾ ਲਾਵਾਂ ਦਾ। ਲਾਵਾਂ ਹੈ ਉਹ ਮੈਰਿਜ ਤੋਂ ਰਿਲੇਟਡ ਹੈ। ਅਤੇ ਇੱਕ ਇਹਨਾਂ ਨੇ ਲਿਖਿਆ ਘੋੜੀਆਂ। ਘੋੜੀਆਂ ਦਾ ਮਤਲਬ ਹੁੰਦਾ ਹੈ, ਇਹ ਵੀ ਵਿਆਹ 'ਤੇ ਗਾਈਆਂ ਜਾਂਦੀਆਂ, ਪਰ ਗਾਈਆਂ ਕਿਹਨਾਂ ਦੁਆਰਾ ਜਾਂਦਾ? ਪੁੱਛਿਆ ਜਾਂਦਾ ਕਈ ਵਾਰ ਕੁਐਸਚਨ, ਵੂਮੈਨਸ ਯਾਨੀ ਬੁੜੀਆਂ ਦੁਆਰਾ ਗਾਇਆ ਜਾਂਦਾ ਹੈ। ਘੋੜੀਆਂ ਬੁੜੀਆਂ ਦੁਆਰਾ ਗਾਈ ਜਾਂਦੀ ਹੈ, ਘੋੜੀਆਂ ਗਾਈਆਂ ਜਾਂਦੀਆਂ। ਔਰ ਲਾਵਾਂ ਹੈਗੀਆਂ ਜਿਹੜੀਆਂ, ਉਹ ਵੀ ਕਿਹਨਾਂ ਨੇ? ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤਾ। ਗੁਰੂ ਰਾਮਦਾਸ ਨੇ ਹੀ ਘੋੜੀਆਂ ਲਿਖੀਆਂ ਸੀਗੀਆਂ, ਠੀਕ ਹੈ। ਅਕਬਰ ਇਹਨਾਂ ਦੇ ਟਾਈਮ 'ਚ ਵੀ ਚੱਲ ਰਿਹਾ, ਅਕਬਰ ਗੁਰੂ ਅਮਰਦਾਸ ਜੀ ਦੇ ਟਾਈਮ 'ਚ ਵੀ ਚੱਲ ਰਿਹਾ। ਗੁਰੂ ਅਰਜਨ ਦੇਵ ਜੀ ਇਹਨਾਂ ਦੇ ਫਿਰ ਮੁੰਡੇ ਹੋ ਜਾਂਦੇ ਸਭ ਤੋਂ ਵੱਡੇ। 1581 ਦੇ ਵਿੱਚ ਗੋਬਿੰਦਵਾਲ ਸਾਹਿਬ ਦੇ ਵਿੱਚ ਇਹਨਾਂ ਦੀ ਇਹ ਜੋਤੀ ਜੋਤ ਹੋ ਜਾਂਦੇ ਆ। ਇਹਨਾਂ ਨੇ ਸਿਰਫ 7 ਸਾਲ ਹੀ ਰਾਜ ਕੀਤਾ ਹੈ, ਔਰ 7 ਸਾਲ ਦੀ ਉਮਰ ਦੇ ਵਿੱਚ ਹੀ ਇਹਨਾਂ ਦੇ ਫਾਦਰ ਸਾਹਿਬ ਦੀ ਅਤੇ ਮਦਰ ਜੀ ਦੀ ਡੈਥ ਹੋ ਜਾਂਦੀ ਹੈ। ਇਹ 7 ਸਾਲ ਬੜੇ ਇੰਪੋਰਟੈਂਟ ਹੈ ਯਾਦ ਕਰਨੇ। 1574 'ਚ 7 ਜੋੜੋਗੇ 1581 ਹੋ ਜੂਗਾ। ਮਸੰਦ ਸਿਸਟਮ ਸ਼ੁਰੂ ਕੀਤਾ। ਮਸੰਦ ਕੀ ਹੁੰਦਾ ਕਿ ਮੰਜੀ ਪ੍ਰਥਾ ਜਦੋਂ ਸ਼ੁਰੂ ਕੀਤੀ ਗਈ, ਹੁਣ ਉਹਨਾਂ ਤੋਂ ਨਾ ਇੱਕ ਪੈਸਾ ਇਕੱਠਾ ਕਰਨਾ ਹੈਗਾ, ਤਾਂ ਉੱਥੇ ਮਸੰਦ ਰੱਖੇ ਗਏ। ਮਸੰਦ ਕੀ ਕਰਦੇ ਸੀ? ਪੈਸਾ ਇਕੱਠਾ ਕਰਦੇ ਸੀ ਅਤੇ ਗੁਰੂ ਕੋਲ ਲੈ ਕੇ ਆਉਂਦੇ ਸੀ। ਮਸੰਦ ਬੜੇ ਸਹੀ ਸੀ ਇੱਥੋਂ ਤੱਕ। ਤਾਂ ਧੀਰੇ ਧੀਰੇ ਇਹੀ ਮਸੰਦ ਇਹੋ ਜਿਹੇ ਹੋ ਜਾਂਦੇ ਹੈ ਕਿ ਇੱਕ ਵਾਰੀ ਗੁਰੂ ਤੇਗ ਬਹਾਦਰ ਜੀ ਨੂੰ ਐਂਟਰੀ ਨਹੀਂ ਕਰਨ ਦਿੰਦੇ ਅਕਾਲ ਤਖਤ ਸਾਹਿਬ 'ਤੇ। ਯਾਨੀ ਮਸੰਦ ਬੜੇ ਖਤਰਨਾਕ ਹੋ ਜਾਂਦੇ। ਫਿਰ ਇਹਨਾਂ ਮਸੰਦਾਂ ਨੂੰ ਸਜ਼ਾ ਦਿੰਦੇ ਆ ਗੁਰੂ ਗੋਬਿੰਦ ਸਿੰਘ ਜੀ। ਇਹ ਉਹੀ ਮਸੰਦ ਹੈ। ਮਸੰਦ ਪ੍ਰਥਾ ਕਿਹਨੇ ਸ਼ੁਰੂ ਕੀਤੀ ਸੀ ਔਰ ਮਸੰਦ ਪ੍ਰਥਾ ਖਤਮ ਕਿਹਨੇ ਕੀਤੀ ਸੀ? ਬੜਾ ਪਿਆਰਾ ਕੁਐਸਚਨ ਹੈ। ਮਸੰਦ ਸਿਸਟਮ ਜੋ ਸ਼ੁਰੂ ਕੀਤਾ ਸੀਗਾ ਉਹ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤਾ ਸੀ।
गुरु रामदास जी ने शुरू किया सी। खत्म किने किया? खत्म किया गुरु गोबिंद सिंह जी ने। गुरु गोबिंद सिंह जी ने, गुरु गोबिंद सिंह जी ने। पर अज के टाइम 'च मसंद प्रथा फिर चली जाती है। किवें चली जाती है? अंदर खाते चली जाती है, ਉਹਦੇ ਉੱਤੇ ਆਪਾਂ ਜ਼ਿਕਰ नहीं करांगे। ਅੰਮ੍ਰਿਤਸਰ रामदास साहब जी ने रामदास जी ने वसाया, ਉਹਨੂੰ ਰਾਮਦਾਸਪੁਰ भी ਕਹਿੰਦੇ ਔਰ ਗੁਰੂ ਕਾ ਚੱਕ ਕਹਿੰਦੇ ਆ। ਗ੍ਰੇਟ ਕੰਟਰੀਬਿਊਸ਼ਨ ਹੋਇਆ ਸੀ ਬੀਬੀ ਭਾਨੀ ਜੀ ਨੂੰ ਅਕਬਰ ਨੇ ਲੈਂਡ ਦਿੱਤੀ ਸੀਗੀ, ਠੀਕ ਹੈ ਜੀ, ਵਿਜੇ ਕੁਛ 9 ਵਿਲੇਜਾਂ ਦੀ ਥਾਂ ਦਿੱਤੀ ਸੀਗੀ ਅਤੇ ਉਹਨਾਂ ਦੁਆਰਾ ਅੰਮ੍ਰਿਤਸਰ ਵਸਾਇਆ ਗਿਆ। ਅੰਮ੍ਰਿਤਸਰ ਨੂੰ ਰਾਮਦਾਸਪੁਰ ਵੀ ਕਹਿੰਦੇ, ਗੁਰੂ ਕਾ ਚੱਕ ਕਹਿੰਦੇ ਆ। ਲਾਵਾਂ ਜੋ ਮੈਰਿਜ ਵਾਸਤੇ ਜੋ ਲਾਵਾਂ ਸੀਗੀਆਂ ਉਹਨਾਂ ਦਾ ਜੋ ਸ਼ੁਰੂਆਤ ਕੀਤੀ ਲਿਖੀਆਂ ਉਹ ਗੁਰੂ ਰਾਮਦਾਸ ਜੀ ਨੇ ਲਿਖਿਆ। ਘੋੜੀਆਂ ਵੀ ਗੁਰੂ ਰਾਮਦਾਸ ਜੀ ਨੇ ਲਿਖੀਆਂ, ਇਹ ਵੀ ਬੁੜੀਆਂ ਦੁਆਰਾ ਗਾਈਆਂ ਜਾਂਦੀਆਂ, ਠੀਕ ਹੈ, ਮੈਰਿਜ 'ਤੇ। 2 ਸਰੋਵਰਸ, 2 ਸਰੋਵਰਸ ਵੀ ਬਣਾਏ ਗਏ। ਇੱਕ ਦਾ ਨਾਮ ਸੰਤੋਖਸਰ ਹੈ, ਇੱਕ ਦਾ ਨਾਮ ਅੰਮ੍ਰਿਤਸਰ ਸਰੋਵਰ ਹੈ, ਜਿਹਦਾ ਨਾਮ ਬਾਅਦ ਦੇ ਵਿੱਚ ਜਾ ਕੇ ਅੰਮ੍ਰਿਤਸਰ ਪੈ ਜਾਂਦਾ। ਉਸ ਅੰਮ੍ਰਿਤਸਰ ਸਰੋਵਰ ਦੇ ਵਿਚਾਲੇ ਗੁਰੂ ਹਰਿਮੰਦਰ ਸਾਹਿਬ ਬਣੂਗਾ। ਉਹ ਕੌਣ ਬਣਾਉਣਗੇ? ਉਹ ਬਣਾਉਣਗੇ ਗੁਰੂ ਅਰਜਨ ਦੇਵ ਜੀ। ਉਹ ਅੱਗੇ ਆਪਾਂ ਦੇਖਦੇ ਹਾਂ। ਫਿਰ ਇਹ ਚੀਜ਼ਾਂ ਹੋ ਗਈਆਂ। ਪ੍ਰਿਥਵੀ ਚੰਦ, ਠੀਕ ਹੈ, ਪ੍ਰਿਥਵੀ ਚੰਦ ਸੀਗਾ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਮੁੰਡੇ ਸੀਗੇ। ਪ੍ਰਿਥਵੀ ਚੰਦ ਜਿਨ੍ਹਾਂ ਨੇ ਉਦਾਸੀ ਸੈਕਟ ਡੇਰਾ ਸ਼ੁਰੂ ਕੀਤਾ ਹੋਇਆ ਸੀ। ਉਹ ਕਿੱਥੇ ਨਾ ਕਿੱਥੇ ਇੱਥੋਂ ਗੁਰੂ ਨਾਮਦਾਸ ਜੀ ਤੋਂ ਮਿਲਣ ਤੋਂ ਬਾਅਦ ਉਹਨਾਂ ਦਾ ਚੇਂਜਸ ਆ ਜਾਂਦੇ ਆ। ਫਿਰ ਉਹ ਅਪੋਜਿੰਗ ਕਰਨਾ ਛੱਡ ਦਿੰਦੇ ਆ ਸਿੱਖਸ ਨੂੰ, ਮਤਲਬ ਉਹਨਾਂ ਨੂੰ ਕ੍ਰਿਟੀਸਾਈਜ਼ ਕਰਨਾ ਛੱਡ ਦਿੰਦੇ ਆ। ਉੱਥੇ ਜਾ ਕੇ ਯਾਨੀ ਕਿ 4 ਗੁਰੂਆਂ ਤੱਕ ਗੁਰੂ ਨਾਨਕ ਦੇਵ ਜੀ ਦੇ ਮੁੰਡੇ ਰਹੇ ਆ। ਯਾਨੀ ਕਿ ਪ੍ਰਿਥਵੀ ਚੰਦ ਗੁਰੂ ਰਾਮਦਾਸ ਜੀ ਦੇ ਟਾਈਮ ਤੱਕ ਮਤਲਬ ਜਿਉਂਦੇ ਰਹੇ ਆ। ਉਸ ਤੋਂ ਬਾਅਦ ਇਹਨਾਂ ਦਾ ਜ਼ਿਕਰ ਨਹੀਂ ਹੁੰਦਾ ਗਾ। 16 ਸਤੰਬਰ 1581 ਤੋਂ ਰਾਮਦਾਸ ਜੀ ਜੋਤੀ ਜੋਤ ਹੋ ਜਾਂਦੇ ਆ ਅਤੇ 1581 ਤੱਕ ਯਾਦ ਰੱਖਣਾ। ਫਿਰ ਆਉਂਦੇ ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ ਦੀ ਗੱਲ ਕਰੀਏ, 5ਵੇਂ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਵੱਡੇ ਮੁੰਡੇ। ਗੁਰੂ ਗੱਦੀ ਮਿਲਦੀ ਹੈ 1581 ਤੋਂ 1606 ਤੱਕ ਰਹਿੰਦੀ ਹੈ। ਮੈਂ ਤੁਹਾਨੂੰ 5 ਤੋਂ ਯਾਦ ਕਰਾਇਆ ਸੀ 25, ਤੁਸੀਂ 1581 'ਚ 25 ਜੋੜੋਗੇ ਤਾਂ 6 ਅਤੇ 0 ਅਤੇ 1606, 1606 ਈਸਵੀ ਤੱਕ ਰਹਿੰਦਾ ਹੈ। ਇਹਨਾਂ ਦਾ ਜਨਮ ਕਦੋਂ ਹੋਇਆ? ਕਦੋਂ ਬੋਰਨ ਹੋਏ? 1563 ਦੇ ਈਸਵੀ ਵਿੱਚ ਗੋਬਿੰਦਵਾਲ ਸਾਹਿਬ 'ਚ। ਗੋਬਿੰਦਵਾਲ ਸਾਹਿਬ ਜਿਹਨਾਂ ਦਾ ਜਨਮ ਹੋਇਆ। ਹੁਣ ਕਈ ਵਾਰੀ ਨਾ ਕੁਐਸਚਨ ਇੱਥੇ ਕਨਫਿਊਜ਼ਨ ਹੋ ਜਾਂਦੀ ਕਿ ਗੁਰੂ ਅਰਜਨ ਦੇਵ ਜੀ ਦਾ ਜਨਮ ਗੋਬਿੰਦਵਾਲ ਸਾਹਿਬ 'ਚ ਕਿਉਂ ਹੋਇਆ, ਕਿਉਂ ਅੰਮ੍ਰਿਤਸਰ 'ਚ ਕਿਉਂ ਨਹੀਂ ਹੋਇਆ? ਕਿਉਂਕਿ ਇਹਨਾਂ ਦਾ ਜਨਮ ਜੋ ਗੋਬਿੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਰਹਿੰਦੇ ਸੀ, ਤਾਂ ਇਹਨਾਂ ਦਾ ਜਨਮ ਜਿਹੜਾ ਹੋਣਾ ਹੈ ਉਹ ਗੋਬਿੰਦਵਾਲ 'ਚ ਇਸ ਲਈ ਹੋਇਆ ਕਿਉਂਕਿ ਬੀਬੀ ਭਾਨੀ ਜੀ ਨਾਲ ਵਿਆਹ ਹੋ ਗਿਆ ਸੀ ਇਹਨਾਂ ਦਾ ਗੋਬਿੰਦਵਾਲ ਦੇ ਵਿੱਚ ਹੀ, ਤਾਂ ਉੱਥੇ ਹੀ ਇਹਨਾਂ ਦਾ ਜਨਮ ਹੋਇਆ। ਤਾਂ ਗੁਰੂ ਅਰਜਨ ਦੇਵ ਜੀ ਦਾ ਜਨਮ ਗੋਬਿੰਦਵਾਲ ਸਾਹਿਬ 'ਚ ਹੋਇਆ। 1579 ਈਸਵੀ ਦੇ ਵਿੱਚ 89 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਇਹਨਾਂ ਦਾ ਕਿਆ ਹੋ ਜਾਂਦਾ? ਵਿਆਹ ਹੋ ਜਾਂਦਾ, ਠੀਕ ਹੈ ਜੀ। ਫਿਰ ਆ ਗਿਆ ਆਪਣਾ ਮਾਤਾ ਗੰਗਾ ਜੀ, ਇਹਨਾਂ ਦੀ ਵਾਈਫ ਹੈਗੀ ਹੈ। ਗੁਰੂ ਰਾਮਦਾਸ ਜੀ, ਬੀਬੀ ਭਾਨੀ ਜੀ ਇਹਨਾਂ ਦੇ ਪੇਰੈਂਟਸ ਹੈਗੇ ਆ। 1563 ਈਸਵੀ ਦੇ ਵਿੱਚ ਇਹਨਾਂ ਦਾ ਕੀ ਹੁੰਦਾ ਹੈ? ਜਨਮ ਹੁੰਦਾ ਗੋਬਿੰਦਵਾਲ ਸਾਹਿਬ ਦੇ ਵਿੱਚ। ਫਿਰ ਇਹਨਾਂ ਦੇ ਕੁਛ ਕੰਸਟਰਕਸ਼ਨ ਕੀਤੀਆਂ ਇਹਨਾਂ ਨੇ। ਕੰਸਟਰਕਸ਼ਨ ਕੀ ਕੀਤੀਆਂ? ਇੱਕ ਸੰਤੋਖਸਰ ਨੂੰ ਪੂਰਾ ਕੀਤਾ ਜੋ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤਾ ਸੀ। ਰਾਮਸਰ ਸਰੋਵਰ ਪੂਰਾ ਕੀਤਾ। ਅੰਮ੍ਰਿਤਸਰ ਦਾ ਟੈਂਕ ਪੂਰਾ ਕੀਤਾ ਇਹਨਾਂ ਨੇ ਬਣਾਉਣਾ। ਔਰ ਖੁਦ ਨੇ ਕੀ ਤਿਆਰ ਕੀਤਾ? ਹਰਿਮੰਦਰ ਸਾਹਿਬ ਬਣਾਇਆ। ਕਿਹਦੇ ਵਿੱਚ? ਅੰਮ੍ਰਿਤਸਰ ਸਰੋਵਰ ਦੇ ਵਿੱਚ। ਅੰਮ੍ਰਿਤਸਰ ਦਾ ਜੋ ਸਰੋਵਰ ਸੀ ਉਹਦੇ ਵਿਚਾਲੇ ਗੁਰੂ ਹਰਿਮੰਦਰ ਸਾਹਿਬ ਨੂੰ ਸਥਾਪਿਤ ਕੀਤਾ। ਉੱਥੇ ਹੀ ਆਦਿ ਗ੍ਰੰਥ ਰੱਖਿਆ ਗਿਆ ਔਰ ਜਿਹੜੀ ਉਹਦੀ ਨੀਂਹ ਹੈ ਉਹ ਮੁਸਲਿਮ ਸੂਫੀ ਸੰਤ ਮੀਆਂ ਮੀਰ ਤੋਂ ਰਖਵਾਈ ਗਈ। ਫਾਊਂਡੇਸ਼ਨ ਜੋ ਹਰਿਮੰਦਰ ਸਾਹਿਬ ਦੀ ਫਾਊਂਡੇਸ਼ਨ ਪੁੱਛ ਲੈਂਦੇ ਆ ਤਾਂ ਇੱਕ ਮੁਸਲਮਾਨ ਨੇ ਰੱਖੀ ਸੀ, ਸੂਫੀ ਸੰਤ ਮੀਆਂ ਮੀਰ ਨੇ। ਫਿਰ ਆਦਿ ਗ੍ਰੰਥ ਨੂੰ ਯਾਨੀ ਕਿ ਜਿਹਨੂੰ ਪੋਠੀ ਸਾਹਿਬ ਵੀ ਬੋਲ ਦਿੰਦੇ ਆ, ਦੂਜਾ ਨਾਮ ਪੋਠੀ ਸਾਹਿਬ ਇਹਨਾਂ ਦਾ 1604 ਦੇ ਵਿੱਚ ਲਿਖਿਆ ਗਿਆ। ਸੁਖਮਣੀ ਸਾਹਿਬ ਵੀ ਇਹਨਾਂ ਨੇ ਲਿਖਿਆ। ਸੁਖਮਣੀ ਸਾਹਿਬ ਬੜਾ ਇੰਪੋਰਟੈਂਟ ਹੈ। ਸੁਖਮਣੀ ਸਾਹਿਬ ਵੀ ਗੁਰੂ ਅਰਜਨ ਦੇਵ ਜੀ ਨੇ ਲਿਖਿਆ। ਸੁਖਮਣੀ ਸਾਹਿਬ ਔਰ ਪੋਟਾ ਸਾਹਿਬ, ਪੋਟਾ ਸਾਹਿਬ ਨੂੰ ਆਪਾਂ ਪੋਥੀ ਸਾਹਿਬ ਲਿਖ ਦਿੰਦੇ ਹਾਂ। ਪੋਥੀ ਸਾਹਿਬ, ਪੋਟਾ ਸਾਹਿਬ ਨਹੀਂ, ਪੋਥੀ ਸਾਹਿਬ। ਪੋਥੀ ਸਾਹਿਬ ਨੂੰ ਹੀ ਆਦਿ ਗ੍ਰੰਥ ਬੋਲਦੇ ਹਾਂ। ਆਦਿ ਗ੍ਰੰਥ ਦੇ ਉੱਤੇ ਬੜਾ ਵਿਰੋਧ ਹੋਇਆ। ਬਹੁਤ ਲੋਕਾਂ ਨੇ ਇਹਦੇ ਉੱਤੇ ਵਿਰੋਧ ਕੀਤਾ, ਲੋਕਾਂ ਨੇ ਨਹੀਂ ਜਿਹੜੇ ਐਂਟੀ ਸੀਗੇ। ਫਿਰ ਇਹਨਾਂ ਉੱਤੇ ਕਿ ਮੇਰੇ ਬਾਰੇ ਕੋਈ ਬੋਲਦਾ ਸੀ ਮੇਰੇ ਬਾਰੇ ਬੜਾ ਗਲਤ ਲਿਖਿਆ ਹੈ, ਇਹਨਾਂ ਨੇ ਮੇਰੇ ਬਾਰੇ ਬੜਾ ਗਲਤ ਲਿਖਿਆ ਹੈ, ਇਹਨਾਂ ਨੇ ਇਹਨਾਂ ਚੀਜ਼ਾਂ ਨੂੰ ਗਲਤ ਲਿਖਿਆ। ਤਾਂ ਫਿਰ ਅਕਬਰ ਨੇ ਆ ਕੇ ਖੁਦ ਇਹਨੂੰ ਵਿਜ਼ਿਟ ਕੀਤਾ, ਖੁਦ ਇਹਨਾਂ ਰਿਵਿਊ ਕੀਤਾ, ਤਾਂ ਉਹਨਾਂ ਨੇ ਓਕੇ ਕੀਤਾ ਕਿ ਵੀ ਨਹੀਂ ਠੀਕ ਹੈਗਾ। ਅਤੇ ਆਦਿ ਗ੍ਰੰਥ ਬਾਰੇ ਬੜਾ ਇਸ਼ੂਜ਼ ਰਹੇ ਸੀਗੇ। ਫਿਰ ਇਹਨਾਂ ਨੇ ਸਿਟੀ ਕਿਹੜਾ ਫਾਊਂਡਡ ਕੀਤਾ? ਇਹਨਾਂ ਨੇ 3 ਸਿਟੀ ਫਾਊਂਡ ਕੀਤੇ ਹੈਗੇ, ਉਹ ਆਪਾਂ ਅੱਗੇ ਗੱਲ ਕਰਦੇ ਹਾਂ। ਫਿਰ ਆਪਣੇ ਅਕਬਰ ਔਰ ਜਹਾਂਗੀਰ, ਇਹਨਾਂ ਦੋਨਾਂ ਦੇ ਵਿੱਚ ਟਾਈਮ 'ਚ ਅਕਬਰ ਵੀ ਸੀਗਾ, ਫਿਰ ਜਹਾਂਗੀਰ ਵੀ ਸੀ। ਅਕਬਰ ਕੁਛ ਟਾਈਮ ਬਾਅਦ ਚਲਾ ਜਾਂਦਾ, ਉਸ ਤੋਂ ਬਾਅਦ ਜਹਾਂਗੀਰ ਆ ਜਾਂਦਾ। ਜਹਾਂਗੀਰ ਦਾ ਬੜਾ ਰੋਲ ਰਿਹਾ ਗੁਰੂ ਅਰਜਨ ਦੇਵ ਜੀ ਨੇ, ਕਿਉਂਕਿ ਉਹਨਾਂ ਨੇ ਤਸੀਹੇ ਦੇ ਕੇ ਗੁਰੂ ਅਰਜਨ ਦੇਵ ਜੀ ਨੂੰ ਜੋਤੀ ਜੋਤ ਕਰਤਾ ਸੀ, ਸ਼ਹੀਦ ਕਰਤਾ ਸੀ। ਕਿਵੇਂ ਕੀਤਾ ਸੀ ਦੇਖਦੇ ਹਾਂ। ਫਿਰ ਕੰਪਲੀਸ਼ਨ ਆਫ ਵਰਕ, ਜੋ ਗੁਰੂ ਰਾਮਦਾਸ ਜੀ ਨੇ ਕੰਮ ਛੱਡੇ ਸੀ ਉਹਨਾਂ ਨੂੰ ਕਿਹੜੇ ਨੂੰ ਪੂਰਾ ਕੀਤਾ? ਕੰਪਲੀਸ਼ਨ ਆਫ ਅੰਮ੍ਰਿਤਸਰ ਵਿਦ ਹੈਲਪ ਆਫ ਬਾਬਾ ਬੁੱਢਾ ਜੀ। ਅੰਮ੍ਰਿਤਸਰ ਨੂੰ ਪੂਰਾ ਕੀਤਾ। ਸੰਤੋਖਸਰ ਔਰ ਅੰਮ੍ਰਿਤਸਰ ਸਰੋਵਰ ਪੂਰਾ ਕੀਤਾ। ਖੁਦ ਨੇ ਵੀ ਕੰਸਟਰਕਸ਼ਨ ਕੀਤੀਆਂ। ਕਿਹੜੀਆਂ ਕੀਤੀਆਂ? ਗੁਰੂ ਹਰਿਮੰਦਰ ਸਾਹਿਬ ਦੀ ਕੰਸਟਰਕਸ਼ਨ ਕੀਤੀ। ਗੁਰੂ ਅਰਜਨ ਦੇਵ ਜੀ ਗੋਟ ਕੰਸਟਰਕਸ਼ਨ ਹਰਿਮੰਦਰ ਸਾਹਿਬ ਦੀ ਕੰਸਟਰਕਸ਼ਨ ਕੀਤੀ ਇਨ ਦਾ ਮਿਡਲ ਆਫ ਅੰਮ੍ਰਿਤਸਰ ਸਰੋਵਰ 1601 ਈਸਵੀ ਦੇ ਵਿੱਚ ਇਹਨਾਂ ਨੇ ਕੰਸਟਰਕਸ਼ਨ ਪੂਰੀ ਕੀਤੀ, ਠੀਕ ਹੈ ਜੀ। ਫਾਊਂਡੇਸ਼ਨ ਸਟੋਨ, ਇਹਨਾਂ ਦਾ ਫਾਊਂਡੇਸ਼ਨ ਕਿਹਨੇ ਰੱਖਿਆ?
सूफी संत मियाँ मीर जी ने 1581 ਪਹਿਲਾਂ ਹੀ ਰੱਖਤਾ ਸੀ, ਲੇਕਿਨ ਕੰਸਟਰਕਸ਼ਨ ਪੂਰੀ ਕਿੱਥੇ ਹੋਈ, ਉਹ 1621 ਵਿੱਚ। ਪੁੱਛ ਲੈਂਦੇ ਕਈ ਵਾਰੀ ਫਾਊਂਡੇਸ਼ਨ ਕਦੋਂ ਰੱਖੀ ਗਈ, ਫਾਊਂਡੇਸ਼ਨ 1581 ਈਸਵੀ ਵਿੱਚ ਰੱਖੀ ਗਈ। ਕਿਹਨੇ ਰੱਖੀ, ਸੂਫੀ ਸੰਤ ਮੀਆਂ ਮੀਰ ਨੇ। 4 ਦਰਵਾਜ਼ੇ ਸੀਗੇ 4 ਸਾਈਡ ਦੇ ਵਿੱਚ। ਇਹਦਾ ਮਤਲਬ ਇਹ ਸੀ ਕਿ ਸਾਰਿਆਂ ਵਾਸਤੇ, ਯਾਨੀ ਓਪਨ ਫॉर ਆਲ ਕਾਸਟਸ, ਆਲ ਕਾਸਟ ਜਿੰਨੀਆਂ ਵੀ ਜਾਤੀ ਹੈਗੀਆਂ, ਜਾਤੀ ਧਰਮ ਦਾ ਇੱਥੇ ਕੋਈ ਲੈਣਾ ਦੇਣਾ ਨਹੀਂ ਸੀ। 1604 ਈਸਵੀ ਦੇ ਵਿੱਚ ਆਦਿ ਗ੍ਰੰਥ ਲਿਖਿਆ ਗਿਆ, ਉਹ ਗੁਰੂ ਹਰਿਮੰਦਰ ਸਾਹਿਬ ਦੇ ਵਿੱਚ ਰੱਖਿਆ ਗਿਆ। ਫਸਟ ਗ੍ਰੰਥੀ ਪੁੱਛ ਲੈਂਦੇ ਆ, ਬਾਬਾ ਬੁੱਢਾ ਸਿੰਘ ਜੀ ਸੀਗੇ। ਠੀਕ ਹੈ ਜੀ। ਫਿਰ ਫਾਊਂਡੇਸ਼ਨ ਆਫ ਫਿਊ ਸਿਟੀ, ਜਿਨ੍ਹਾਂ ਨੇ ਕਈ ਸਿਟੀਆਂ, 3 ਸਿਟੀਆਂ ਫਾਊਂਡ ਕੀਤੀਆਂ। ਕਿਹੜੀਆਂ ਕੀਤੀਆਂ, ਤਰਨਤਾਰਨ ਸਾਹਿਬ ਵਸਾਇਆ, ਬਿਸਾਈਡ ਅੰਮ੍ਰਿਤਸਰ, ਰਾਵੀ ਅਤੇ ਬਿਆਸ ਦੇ ਵਿਚਾਲੇ 1590 ਦੇ ਵਿੱਚ ਤਰਨਤਾਰਨ ਨੂੰ ਪੂਰਾ ਕੀਤਾ। ਪੀਪਲ ਆਫ ਖਾਰਾ ਵਿਲੇਜ ਤੋਂ ਉਹਨਾਂ ਨੇ ਧਰਤੀ ਖਰੀਦੀ ਸੀਗੀ, ਜ਼ਮੀਨ ਖਰੀਦੀ ਸੀਗੀ, ਅਤੇ ਉੱਥੇ ਸਰੋਵਰ ਤਰਨਤਾਰਨ ਬਣਾਇਆ ਸੀ। ਉਸ ਤੋਂ ਬਾਅਦ ਇਹਦਾ ਨਾਮ ਤਰਨਤਾਰਨ ਹੋ ਗਿਆ। ਕਰਤਾਰਪੁਰ ਇੱਕ ਹੈਗਾ ਪਾਕਿਸਤਾਨ 'ਚ, ਇੱਕ ਕਰਤਾਰਪੁਰ ਸਾਹਿਬ ਜਲੰਧਰ ਦੇ ਵਿੱਚ ਹੈ। ਜਲੰਧਰ ਵਾਲਾ ਕਰਤਾਰਪੁਰ ਕਿਹਨਾਂ ਨੇ ਵਸਾਇਆ, ਇਹ ਵਸਾਇਆ ਆਪਣੇ ਗੁਰੂ ਅਰਜਨ ਦੇਵ ਜੀ ਨੇ 1593 ਈਸਵੀ ਦੇ ਵਿੱਚ, ਜਿਹਨੂੰ ਦਾ ਸਿਟੀ ਆਫ ਗੋਡ ਕਿਹਾ ਜਾਂਦਾ ਹੈ। ਇਹਨਾਂ ਨੇ ਫਿਰ ਇੱਕ ਗੰਗਸਰ ਵੀ ਇਹਨਾਂ ਨੇ ਗੰਗਾਸਰ ਵੀ ਇਹਨਾਂ ਨੇ ਇੱਕ ਵੈੱਲ ਖਰੀਦਿਆ, ਵੈੱਲ ਡਿੱਗ ਕੀਤਾ ਸੀਗਾ, ਯਾਨੀ ਕਿ ਖੂਹ ਬਣਾਇਆ ਸੀਗਾ ਪਾਣੀ ਵਾਸਤੇ। ਫਿਰ ਹਰਗੋਬਿੰਦਪੁਰ ਆਪਦੇ ਮੁੰਡੇ ਦੇ ਨਾਮ 'ਤੇ, ਹਰਗੋਬਿੰਦਪੁਰ 1595 ਵਿੱਚ ਇਹਨਾਂ ਨੇ ਵਸਾਇਆ, ਹਰਗੋਬਿੰਦ ਸਿੰਘ ਦੇ ਨਾਮ 'ਤੇ। ਫਿਰ ਕੰਸਟਰਕਸ਼ਨ ਆਫ ਬੋਲੀ ਸਾਹਿਬ ਇਨ ਲਾਹੌਰ, ਲਾਹੌਰ ਦੇ ਵਿੱਚ ਜੋ ਬੋਲੀ ਸਾਹਿਬ ਪਾਣੀ ਵਾਸਤੇ ਸੋਰਸ ਆਫ ਵਾਟਰ ਬਣਾਇਆ ਸੀ, ਉਹ ਕਿਹਨਾਂ ਨੇ ਬਣਾਇਆ ਸੀ, ਗੁਰੂ ਅਰਜਨ ਦੇਵ ਜੀ ਨੇ। ਜੇ ਆਪਾਂ ਕਰੀਏ ਉਵੇਂ ਬੋਲੀ ਸਾਹਿਬ ਗੋਬਿੰਦਵਾਲ ਸਾਹਿਬ 'ਚ ਬਣਾਈ, ਉਹ ਕਿੰਨੇ ਬਣਾਈ, ਉਹ ਤੁਹਾਨੂੰ ਪਤਾ ਹੀ ਹੈਗਾ, 84 ਪੌੜੀਆਂ ਵਾਲਾ ਆਪਾਂ ਕੀਤੀਆਂ ਸੀਗੀਆਂ। ਠੀਕ ਹੈ ਜੀ। ਔਨ ਦਾ ਰਿਕੁਐਸਟ ਆਫ ਡਿਵੋਟੀ ਆਫ ਲਾਹੌਰ, ਠੀਕ ਹੈ, ਰਿਕੁਐਸਟ ਕੀਤੀ ਡਿਵੋਟੀਜ਼ ਨੇ ਵੀ ਤੁਸੀਂ ਇੱਕ ਵਾਰੀ ਲਾਹੌਰ ਆਓ। ਉਦੋਂ ਲਾਹੌਰ ਗਏ ਤਾਂ ਉਹਨਾਂ ਨੇ ਉੱਥੇ ਬੋਲੀ ਸਾਹਿਬ ਬਣਾਇਆ ਉੱਥੇ। ਠੀਕ ਹੈ ਜੀ। ਆਪਣੀਆਂ ਸਾਰੀਆਂ ਚੀਜ਼ਾਂ ਯਾਦ ਹੋ ਗਈਆਂ ਗੁਰੂ ਅਰਜਨ ਦੇਵ ਜੀ ਦੇ। ਗੁਰੂ ਰਾਮਦਾਸ ਜੀ ਦੀਆਂ ਬਤਵਾਰੇ ਚੀਜ਼ਾਂ ਯਾਦ ਕਰ ਲੈਂਦੇ ਹਾਂ। ਗੁਰੂ ਰਾਮਦਾਸ ਜੀ ਨੇ ਕੀ ਕੀ ਕੀਤਾ, ਗੁਰੂ ਰਾਮਦਾਸ ਜੀ ਨੇ ਮੇਨ ਚੀਜ਼ਾਂ ਕੀਤੀਆਂ, ਆਪਣੇ ਮਸੰਦ ਸਿਸਟਮ ਸ਼ੁਰੂ ਕੀਤਾ, ਅਤੇ ਫਿਰ ਇਹਨਾਂ ਨੇ ਘੋੜੀਆਂ ਲਿਖੀਆਂ, ਮੈਰਿਜ ਲਾਵਾਂ ਲਿਖੀਆਂ, ਅੰਮ੍ਰਿਤਸਰ ਵਸਾਇਆ। ਠੀਕ ਹੈ। ਅਤੇ ਫਿਰ ਹੋਰ ਚੀਜ਼ਾਂ, ਮਸੰਦ ਸਿਸਟਮ ਸ਼ੁਰੂ ਕੀਤਾ, ਅਤੇ ਬੋਲੀ ਕੰਸਟਰਕਟ ਪੂਰੀ ਕਰਵਾਈ ਇਹਨਾਂ ਨੇ। ਅਤੇ ਫਿਰ ਸਾਰੀਆਂ ਚੀਜ਼ਾਂ ਆਪਾਂ ਯਾਦ ਕਰ ਲਈਆਂ, ਲਾਵਾਂ ਅਤੇ ਮਸੰਦ ਸਿਸਟਮ, ਅਤੇ ਪ੍ਰਿਥਵੀ ਚੰਦ ਇਹਨਾਂ ਦੇ ਟਾਈਮ ਤੱਕ ਰਹੇ ਸੀਗੇ। ਫਿਰ ਆਪਣੇ ਗੁਰੂ ਅਰਜਨ ਦੇਵ ਜੀ ਦੀ ਚੀਜ਼ਾਂ ਯਾਦ ਕਰ ਲਈਆਂ ਆਪਾਂ। ਹਰਿਮੰਦਰ ਸਾਹਿਬ ਇਹਨਾਂ ਨੇ ਕੰਸਟਰਕਟ ਕਰਵਾਇਆ, ਅਤੇ ਸੁਖਮਣੀ ਸਾਹਿਬ, ਕੋਠੀ ਸਾਹਿਬ ਅਤੇ ਆਦਿ ਗ੍ਰੰਥ ਇਹਨਾਂ ਨੇ ਲਿਖਿਆ। ਫਿਰ ਆਪਣੇ ਕੰਸਟਰਕਸ਼ਨ ਕਰਵਾਏ ਹਰਿਮੰਦਰ ਸਾਹਿਬ ਦੇ ਵਿੱਚ। ਉਹਨਾਂ ਨੇ ਬਾਬਾ ਬੁੱਢਾ ਸਿੰਘ ਜੀ ਨੂੰ ਪਹਿਲੇ ਗ੍ਰੰਥੀ ਬਣਾਇਆ ਗਿਆ ਉੱਥੇ, ਅਤੇ 1601 ਦੇ ਵਿੱਚ ਇਹਨਾਂ ਨੇ ਸਰੋਵਰ ਬਣਾਇਆ ਸੀਗਾ। ਔਰ ਇਹਨਾਂ ਦੇ ਵਿੱਚ ਜਦੋਂ ਜੋ ਨੀਂਹ ਰੱਖੀ ਸੀ, ਉਹ ਆਪਣੇ 1581 'ਚ ਰੱਖੀ ਸੀ, ਉਹ ਰੱਖੀ ਸੀਗੀ ਸੂਫੀ ਸੰਤ ਮੀਆਂ ਮੀਰ ਜੀ ਨੇ। ਠੀਕ ਹੈ ਜੀ। ਫਾਊਂਡੇਸ਼ਨ ਆਫ ਸਿਟੀਜ਼ ਦੀ ਤਰਨਤਾਰਨ, ਕਰਤਾਰਪੁਰ, ਹਰਗੋਬਿੰਦਪੁਰ ਇਹਨੇ ਵਸਾਏ। ਠੀਕ ਹੈ ਜੀ। ਲਾਹੌਰ ਦੇ ਵਿੱਚ ਬੋਲੀ ਸਾਹਿਬ ਬਣਾਇਆ ਇਹਨਾਂ ਨੇ। ਫਿਰ ਆਏ ਆਪਣੇ ਮਸੰਦ ਐਂਡ ਦਸਵੰਧ ਸਿਸਟਮ। ਮਸੰਦ ਸਿਸਟਮ ਦਾ ਸ਼ੁਰੂ ਗੁਰੂ ਰਾਮਦਾਸ ਜੀ ਨੇ ਹੀ ਕਰਤਾ ਸੀਗਾ, ਪਰ ਇਹਨੂੰ ਥੋੜ੍ਹਾ ਪ੍ਰੋਪਰ ਕੀਤਾ। ਪ੍ਰੋਪਰ ਕਰਕੇ ਇੱਕ ਚਾਰਜ ਦਿੱਤਾ ਕਿ ਤੁਸੀਂ ਦਸਵੰਧ ਮਤਲਬ ਪ੍ਰਥਾ ਸ਼ੁਰੂ ਕੀਤੀ, ਯਾਨੀ ਕਿ 10ਵਾਂ ਹਿੱਸਾ ਆਫ ਕਿਸੇ ਵੀ ਬੰਦੇ ਦੀ ਇਨਕਮ ਦਾ 10ਵਾਂ ਹਿੱਸਾ ਇਹਨਾਂ ਨੇ ਸ਼ੁਰੂ ਕੀਤਾ। ਉਹਨੂੰ ਬੋਲਦੇ ਦਸਵੰਧ ਪ੍ਰਥਾ। ਦਸਵੰਧ ਪ੍ਰਥਾ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕੀਤੀ। ਠੀਕ ਹੈ ਜੀ। ਉਹਨਾਂ ਨੂੰ ਮਸੰਦੀਆ ਬੋਲਿਆ ਜਾਂਦਾ ਸੀ ਜਾਂ ਸੰਗਤੀਆ ਬੋਲਿਆ ਜਾਂਦਾ ਸੀ। ਠੀਕ ਹੈ। ਮਸੰਦ ਆਲਸੋ ਪ੍ਰੀਚ ਸਿੱਖਾਂ ਨੂੰ ਪ੍ਰੀਚ ਵੀ ਕਰਦੇ ਸੀ। ਠੀਕ ਹੈ। ਮਨੀ ਵੀ ਇਕੱਠਾ ਕਰਦੇ ਸੀ। ਕੰਪਲੀਸ਼ਨ ਆਫ ਆਦਿ ਗ੍ਰੰਥ, ਯਾਨੀ ਉਹਨੂੰ ਬਾਣੀ ਬੋਲ ਦਿੰਦੇ ਆ। ਨੇਮ ਆਫ ਦਾ ਗੁਰੂ ਜੀ, ਕੰਪਲੀਟ ਆਫ ਆਦਿ ਗ੍ਰੰਥ, ਯਾਨੀ ਇਹਨਾਂ ਨੇ ਰਾਮਸਰ ਸਰੋਵਰ ਦੇ ਕਿਨਾਰੇ ਬੈਠ ਕੇ ਆਦਿ ਗ੍ਰੰਥ ਲਿਖਿਆ ਸੀ। ਇਹਨੂੰ ਅੱਗੇ ਅਕਬਰ ਨੇ ਰਿਵਿਊ ਵੀ ਕੀਤਾ ਸੀ। ਉਸ ਤੋਂ ਬਾਅਦ ਇਨਕਰੇਜਮੈਂਟ ਆਫ ਹਾਰਸ ਟ੍ਰੇਡਿੰਗ, ਇਹਨਾਂ ਨੇ ਹਾਰਸ ਦੀ ਟ੍ਰੇਡਿੰਗ ਵਾਸਤੇ ਬੜਾ ਇਨਕਰੇਜ ਕਰਦੇ ਸੀਗੇ। ਇੱਥੋਂ ਤੱਕ ਕਿ ਆਪਣੇ ਨਾਲ ਜੋ ਲੋਕ ਰਹਿੰਦੇ ਸੀ, ਉੱਥੋਂ ਦੇ ਜੋ ਸੇਵਕ ਸੀ, ਉਹਨਾਂ ਨੂੰ ਟ੍ਰੇਡਿੰਗ ਵਾਸਤੇ ਬਾਹਰ ਭੇਜਦੇ ਸੀ। ਇੱਥੋਂ ਤੱਕ ਕਿ ਕਾਬੁਲ, ਅਫਗਾਨਿਸਤਾਨ ਤੱਕ ਵੀ ਆਪਣਾ ਵਪਾਰ ਕਰਨ ਵਾਸਤੇ ਜਾਂਦੇ ਸੀਗੇ। ਯਾਨੀ ਕਿ ਟ੍ਰੇਡ ਨੂੰ ਬੜਾ ਬੜਾਵਾ ਦਿੱਤਾ ਇਹਨਾਂ ਨੇ, ਟ੍ਰੇਡ ਨੂੰ ਬੜਾ ਫੋਲੋ ਕੀਤਾ, ਜਾਂ ਟ੍ਰੇਡ ਨੂੰ ਬੜਾ ਇਨਕਰੇਜ ਕੀਤਾ। ਇਹਨਾਂ ਨੇ ਟ੍ਰੇਡ ਨੂੰ ਬੜਾ ਇਨਕਰੇਜ ਕੀਤਾ। ਅੱਜ ਦੇ ਟਾਈਮ 'ਚ ਵੀ ਆਪਾਂ ਦੇਖਦੇ ਹਾਂ ਸਿੱਖ ਲੋਕ ਬਹੁਤ ਬਾਹਰ ਜਾ ਕੇ ਕੰਮ ਕਰਦੇ ਆ, ਕੈਨੇਡਾ 'ਚ, ਇੱਥੋਂ ਤੱਕ ਇੰਡੀਆ ਦੇ ਵੀ ਹਰ ਸਟੇਟ ਦੇ ਵਿੱਚ, ਡਿਸਟ੍ਰਿਕਟ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਇੱਕ ਦੋ ਸਿੱਖ, ਯਾਨੀ ਜ਼ਿਆਦਾ ਮਾਤਰਾ 'ਚ ਵੀ ਮਿਲਣਗੇ, ਪਰ ਤੁਹਾਨੂੰ ਮਿਲ ਜਾਣਗੇ, ਕਿਉਂਕਿ ਉਹ ਟ੍ਰੇਡ ਦਾ ਇੱਥੋਂ ਹੀ ਟ੍ਰੇਡ ਸ਼ੁਰੂ ਹੋਇਆ ਸੀ। ਯਾਨੀ ਕਿ ਸਭ ਤੋਂ ਪਹਿਲੀ ਵਾਰ ਸਿੱਖਾਂ ਨੂੰ ਬਾਹਰ ਟ੍ਰੇਡ ਕਰਨ ਵਾਸਤੇ ਇਨਕਰੇਜਮੈਂਟ ਜੇ ਕਿਸੇ ਨੇ ਦਿੱਤਾ ਤਾਂ ਗੁਰੂ ਅਰਜਨ ਦੇਵ ਜੀ ਨੇ ਦਿੱਤਾ। ਇਹ ਵੀ ਵਧੀਆ ਕੁਐਸਚਨ ਹੈਗਾ, ਪੁੱਛਿਆ ਜਾ ਸਕਦਾ। ਫਿਰ ਆਪਣੇ ਗੱਲ ਕਰਦੇ ਹਾਂ, ਅਤੇ ਫਿਰ ਥੋੜ੍ਹੀ ਲੜਾਈ ਹੋਈ। ਕਿਸ ਚੀਜ਼ 'ਤੇ ਲੜਾਈ ਹੋਈ ਜ਼ਿਆਦਾ ਡੀਪਲੀ ਜਾਊਂਗਾ ਨਹੀਂ। ਇੱਕ ਚੰਦੂ ਸੀਗਾ ਜੋ ਵਜ਼ੀਰ ਸੀ ਦਿੱਲੀ ਦਾ, ਉਹਨਾਂ ਦੀ ਕੁੜੀ ਸੀਗੀ, ਅਤੇ ਪਿੰਡ ਵਾਲਿਆਂ ਨੇ ਉਹਦੀ ਕੁੜੀ ਦਾ ਰਿਸ਼ਤਾ ਯਾਨੀ ਕਿ ਗੁਰੂ ਹਰਗੋਬਿੰਦ ਸਿੰਘ ਜੀ ਨਾਲ ਕਰਤਾ ਸੀ, ਮਤਲਬ ਮੰਗਤੀ ਸੀ। ਅਤੇ ਇਸ ਗੱਲ 'ਤੇ ਚੰਦੂ ਬੜਾ ਗੁੱਸੇ ਹੋਇਆ ਵੀ ਤੁਸੀਂ ਕਿੱਥੇ ਵੀ ਗਰੀਬ ਘਰੇ ਮੇਰਾ ਰਿਸ਼ਤਾ ਕਰਤਾ, ਮੈਂ ਤਾਂ ਵਜ਼ੀਰ ਹੈਗਾ, ਬੜਾ ਹੰਕਾਰੀ ਸੀਗਾ। ਉਸ ਤੋਂ ਬਾਅਦ ਫਿਰ ਇਹ ਰਿਸ਼ਤਾ ਪੁੱਠਾ ਮੋੜ ਦਿੰਦੇ ਆ ਗੁਰੂ ਅਰਜਨ ਦੇਵ ਜੀ। ਤਾਂ ਫਿਰ ਇਸ ਗੱਲ ਦਾ ਬੜਾ ਉਹਨੂੰ ਗੁੱਸਾ ਆਉਂਦਾ ਕਿ ਪਹਿਲਾਂ ਤਾਂ ਰਿਸ਼ਤਾ ਲੈ ਲਿਆ, ਫਿਰ ਤੁਸੀਂ ਮੋੜਤਾ,
ਤਾਂ ਚੀਜ਼ਾਂ ਦੀ ਆਪਸਰੀ 'ਚ ਲੜਾਈ ਹੋ ਜਾਂਦੀ ਹੈ, ਇਹਨਾਂ ਦੀ ਇੱਕ ਵਿਰੋਧਪਨ ਜਾਗ ਜਾਂਦਾ ਹੈ। ਉੱਥੋਂ ਜਹਾਂਗੀਰ ਵੀ ਬੜਾ ਦੁਸ਼ਮਣ ਹੁੰਦਾ। ਜਹਾਂਗੀਰ ਦਾ ਦੁਸ਼ਮਣ ਹੋਣ ਦਾ ਕਾਰਨ ਕੀ ਹੁੰਦਾ ਹੈ ਕਿ ਜੋ ਜਹਾਂਗੀਰ ਹੈ ਨਾ, ਉਹਦੇ ਦੋ ਮੁੰਡੇ ਹੁੰਦੇ ਆ, ਇੱਕ ਤਾਂ ਖੁਸਰੋ ਹੁੰਦਾ, ਇੱਕ ਸ਼ਾਹਜਹਾਂ ਹੁੰਦਾ, ਜਿਹਨੂੰ ਖੁਰਮ ਬੋਲ ਦਿੰਦੇ ਆ। ਇਹਨਾਂ ਦੋਨਾਂ ਦੇ ਵਿੱਚ ਗੱਦੀ ਨੂੰ ਲੈ ਕੇ ਲੜਾਈ ਚੱਲ ਰਹੀ ਹੁੰਦੀ ਹੈ। ਤਾਂ ਖੁਸਰੋ ਦੇ ਪਿੱਛੇ ਜਹਾਂਗੀਰ ਅਤੇ ਸ਼ਾਹਜਹਾਂ ਦੋਨੋਂ ਪਏ ਹੁੰਦੇ ਆ। ਤਾਂ ਖੁਸਰੋ ਉੱਥੋਂ ਭੱਜ ਕੇ ਪੰਜਾਬ ਆਉਂਦਾ, ਪੰਜਾਬ ਆ ਕੇ ਰੁਕਦਾ ਹੈ। ਬਸ ਆਹ ਪੰਜਾਬ ਆ ਕੇ ਰੁਕਣਾ ਹੀ ਜਹਾਂਗੀਰ ਨੂੰ ਚੰਗਾ ਨਹੀਂ ਲੱਗਦਾ ਕਿ ਬਈ ਇਹ ਕਿੱਥੇ ਨਾ ਕਿੱਥੇ ਗੁਰੂ ਅਰਜਨ ਦੇਵ ਜੀ ਦੇ ਕੋਲ ਰੁਕੇ ਸੀ। ਔਰ ਗੁਰੂ ਅਰਜਨ ਦੇਵ ਜੀ ਦੀ ਤਾਂ ਪਹਿਲਾਂ ਹੀ ਉਹਨਾਂ ਨਾਲ ਦੁਸ਼ਮਣੀ ਸੀਗੀ। ਤਾਂ ਫਿਰ ਉਹ ਤਾਂ ਕੋਈ ਨਾ ਕੋਈ ਪੁਆਇੰਟ ਲੱਭ ਰਹੇ ਸੀ ਵੀ ਕਿਵੇਂ ਨਾ ਕਿਵੇਂ ਮੈਂ ਕੋਈ ਗੱਲਾਂ ਤੋਂ ਉਹਨਾਂ ਨਾਲ ਵਿਰੋਧ ਹੋਵੇ ਮੇਰਾ। ਤਾਂ ਉੱਥੋਂ ਫਿਰ ਇਹਨਾਂ ਨੂੰ ਮਤਲਬ ਬੰਦੀ ਬਣਾ ਲਿੱਤਾ ਜਾਂਦਾ ਗੁਰੂ ਅਰਜਨ ਦੇਵ ਜੀ ਨੂੰ, ਅਤੇ ਫਿਰ ਉੱਥੇ ਲੈ ਆਇਆ ਜਾਂਦਾ। ਫਿਰ ਇਹਨਾਂ ਦੇ ਉੱਤੇ ਤਪਦੀ ਰੇਤ ਤੱਕ ਵੀ ਇਸਲਾਮ ਕਬੂਲ ਕਰਨ ਵਾਸਤੇ ਕਿਹਾ ਜਾਂਦਾ ਹੈ। ਬਹੁਤ ਚੀਜ਼ਾਂ ਤੱਕ ਇਹਨਾਂ ਨੂੰ ਫਿਰ ਤਸੀਹੇ ਦਿੱਤੇ ਜਾਂਦੇ ਆ। ਤਪਦੀ ਰੇਤ ਇਹਨਾਂ ਦੇ ਸਿਰ 'ਚ ਪਾਈ ਜਾਂਦੀ ਹੈਗੀ ਹੈ। ਫਿਰ ਉਬਲਦੀ ਦੇਗ ਦੇ ਵਿੱਚ ਬਿਠਾ ਦਿੰਦੇ ਇਹਨਾਂ ਨੂੰ, ਪਾਣੀ ਦੇ ਵਿੱਚ, ਉਬਲਦੇ ਪਾਣੀ 'ਚ ਤੱਤੇ ਤਵੇ 'ਤੇ ਬਿਠਾ ਕੇ ਉੱਤੋਂ ਸਿਰ 'ਚ ਰੇਤ ਪਾਈ ਜਾਂਦੀ ਹੈ। ਇੰਨੇ ਤਸੀਹੇ ਦਿੱਤੇ ਜਾਂਦੇ ਕਿ ਇੰਨਾ ਕੁਛ ਕਰਨ ਤੋਂ ਬਾਅਦ ਲਾਸਟ 'ਚ ਸ਼ਹੀਦ ਹੋ ਜਾਂਦੇ ਆ। ਤਾਂ ਇਹ ਆਪਣੇ ਪਹਿਲੇ ਗੁਰੂ ਸੀਗੇ। 1606 ਈਸਵੀ ਦੇ ਵਿੱਚ ਫਸਟ ਗ੍ਰੇਟ ਮਾਰਟਰ ਰਹੇ ਆ ਸਿੱਖ ਹਿਸਟਰੀ ਦੇ। ਤਾਂ ਇਹ ਵੀ ਇੰਪੋਰਟੈਂਟ ਕੁਐਸਚਨ ਹੋ ਗਿਆ ਆਪਣਾ। ਫਿਰ ਆਪਣੇ ਥੋੜ੍ਹੇ MCQs ਕਰ ਲੈਂਦੇ ਹਾਂ। ਵਿਚ ਆਫ ਦੀ ਫੋਲੋਇੰਗ ਸਿੱਖ ਗੁਰੂਜ਼ ਮੇਡ ਦਾ ਪੋਸਟ ਆਫ ਗੁਰੂ ਪੈਟਰਨਾਲਾਈਜ਼ਡ। ਪੈਟਰਨਾਲਾਈਜ਼ਡ ਦਾ ਮਤਲਬ ਹੋ ਗਿਆ ਕਿ ਹੁਣ ਇਹ ਗੱਦੀ ਪਰਿਵਾਰ 'ਚ ਹੀ ਰਹੂਗੀ। ਆਪਾਂ ਕੁਐਸਚਨ ਕਰਕੇ ਆਏ ਹਾਂ। ਕੁਐਸਚਨ ਕਿਵੇਂ ਯਾਦ ਕਰਾਂਗੇ ਆਪਾਂ, ਇਹ ਰਟਨੇ ਨਹੀਂ ਗੇ। ਗੁਰੂ ਅਮਰਦਾਸ ਜੀ ਨੂੰ ਆਪਾਂ ਪੜ੍ਹੇ ਤੀਜੇ ਗੁਰੂ। ਥਰਡ ਗੁਰੂ ਅਮਰਦਾਸ ਜੀ ਸੀਗੇ। ਥਰਡ ਗੁਰੂ ਅਮਰਦਾਸ ਜੀ ਸੀ, ਉਹਨਾਂ ਦੇ ਮੁੰਡੇ ਜੋ ਵੀ ਸੀਗੇ, ਪਰ ਉਹਨਾਂ ਨੇ ਬੀਬੀ ਭਾਨੀ ਜੀ ਦਾ ਵਿਆਹ ਕਿਹਦੇ ਨਾਲ ਕੀਤਾ? ਜੇਠਾ ਜੀ ਨਾਲ। ਜੇਠਾ ਜੀ ਕੀ ਹੋਏ? ਇਹਨਾਂ ਦੇ ਜਵਾਈ ਹੋਏ। ਜੇਠਾ ਜੀ ਨੂੰ ਗੁਰੂ ਰਾਮਦਾਸ ਜੀ ਬੋਲ ਦਿੰਦੇ ਆਪਾਂ, ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ ਕਿੰਨਵੇਂ ਗੁਰੂ ਸੀ? ਚੌਥੇ ਗੁਰੂ। ਤਾਂ ਗੁਰੂ ਰਾਮਦਾਸ ਜੀ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਹੀ ਕਿਆ ਕਰਤਾ ਸੀ? ਸ਼ੁਰੂ ਕਰਤਾ ਸੀ। ਤਾਂ ਗੁਰੂ ਅਮਰਦਾਸ ਜੀ ਇੱਥੇ ਆਪਣੇ ਆਪਸ਼ਨ 'ਚ ਆ ਜਾਣਗੇ। ਆਪਸ਼ਨ ਨੰਬਰ ਏ ਇਹਨਾਂ ਦਾ ਸਹੀ ਹੋ ਜਾਊਗਾ। ਗੁਰੂ ਹਰਗੋਬਿੰਦ ਸਿੰਘ ਜੀ ਅਜੇ ਆਪਾਂ ਪੜ੍ਹਿਆ ਨਹੀਂ। ਗੁਰੂ ਰਾਮਦਾਸ ਜੀ ਆਪਾਂ ਪੜ੍ਹ ਲਿਆ। ਗੁਰੂ ਰਾਮਦਾਸ ਜੀ ਦਾ ਨਾਮ ਭਾਈ ਜੇਠਾ ਜੀ ਸੀ। ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਸਾਇਆ। ਇਹ ਵਾਪਸ ਯਾਦ ਕਰਵਾਉਣਾ ਸਾਰੀਆਂ ਚੀਜ਼ਾਂ। ਅੰਮ੍ਰਿਤਸਰ ਵਸਾਇਆ। ਗੁਰੂ ਰਾਮਦਾਸ ਜੀ ਨੇ ਹੀ ਮੰਜੀ ਪ੍ਰਥਾ ਸ਼ੁਰੂ ਕੀਤੀ ਕਿ ਮਸੰਦ ਪ੍ਰਥਾ? ਮਸੰਦ ਪ੍ਰਥਾ ਸ਼ੁਰੂ ਕੀਤੀ। ਮੰਜੀ ਪ੍ਰਥਾ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ। ਠੀਕ ਹੈ, 22 ਮੰਜੀਆਂ ਰਖਵਾਈਆਂ। ਮਸੰਦ ਪ੍ਰਥਾ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ। ਠੀਕ ਹੈ ਜੀ। ਫਿਰ ਵਿਚ ਵਨ ਆਫ ਦੀ ਫੋਲੋਇੰਗ ਸਿੱਖ ਗੁਰੂਜ਼ ਕੰਪੋਜ਼ਡ ਏ ਪੋਇਮ ਕਾਲ ਆਨੰਦ। ਮੈਂ ਤੁਹਾਨੂੰ ਪੜ੍ਹਾ ਕੇ ਆਇਆ ਆਨੰਦ। ਆਨੰਦ ਆਪਾਂ ਕਿੱਥੇ ਯਾਦ ਕੀਤਾ ਸੀ? ਚਲੋ ਪੁੱਠੇ ਤੁਹਾਨੂੰ ਉੱਥੋਂ ਚੀਜ਼ਾਂ ਯਾਦ ਕਰਾ ਦੇਣਾ ਵਾਪਸ। ਆਪਾਂ ਆਨੰਦ ਬਾਰੇ ਪੜ੍ਹ ਕੇ ਆਏ ਕਿ ਨਹੀਂ ਆਏ? ਇਹ ਗੁਰੂ ਅਰਜਨ ਦੇਵ ਜੀ ਦੇ ਬਾਰੇ ਪੜ੍ਹ ਲਿਆ ਸੀ ਆਪਾਂ। ਇੱਥੋਂ ਆਪਾਂ ਸ਼ੁਰੂ ਕੀਤਾ ਸੀ ਆਨੰਦ, ਜੋ ਕਿ ਸਭ ਤੋਂ ਇੰਪੋਰਟੈਂਟ ਸੀਗਾ ਗੁਰੂ ਅਮਰਦਾਸ ਜੀ ਦੇ ਟਾਈਮ 'ਚ, ਕਿਉਂਕਿ ਇਹਨਾਂ ਨੇ ਬਾਣੀ ਸ਼ੁਰੂ ਕੀਤੀ ਸੀ। ਐ ਤੋਂ ਆਨੰਦ, ਐ ਤੋਂ ਅਮਰਦਾਸ, ਐ ਤੋਂ ਅਮਰਦਾਸ ਯਾਦ ਰੱਖ ਲਿਓ। ਬੜਾ ਇੰਪੋਰਟੈਂਟ ਕੁਐਸਚਨ ਹੈ, ਭੁੱਲ ਜਾਂਦੇ ਕਈ ਵਾਰੀ। ਆਨੰਦ ਸਾਹਿਬ ਟਾਈਮ ਆਫ ਬਰਥ, ਜਦੋਂ ਕਿਸੇ ਦਾ ਜਨਮ ਹੁੰਦਾ ਹੈ ਜਾਂ ਮੈਰਿਜ ਹੁੰਦੀ ਹੈ, ਕੋਈ ਵੀ ਹੈਪੀਨੈਸ ਦਾ ਓਕੇਜਨ ਹੋਊਗਾ, ਉਦੋਂ ਆਨੰਦ ਦਾ ਪਾਠ ਕੀਤਾ ਜਾਂਦਾ ਹੈਗਾ। ਤਾਂ ਆਨੰਦ ਇੱਥੇ ਆਪਾਂ ਨੂੰ ਕੁਐਸਚਨ ਆਇਆ ਆਨੰਦ ਦਾ, ਤਾਂ ਆਪਾਂ ਕੀ ਸੀਗਾ? ਆਨੰਦ ਕਿਹਨਾਂ ਨੇ ਸ਼ੁਰੂ ਕੀਤਾ ਪੋਇਮ? ਕੰਪੋਜ਼ ਕਿਹਨਾਂ ਨੇ ਕੀਤੀ ਇਹ? ਤਾਂ ਆਪਣੇ ਆ ਜਾਏ ਗੁਰੂ ਅਮਰਦਾਸ ਜੀ। ਗੁਰੂ ਰਾਮਦਾਸ ਜੀ ਨੇ ਨਹੀਂ ਕੀਤੀ, ਗੁਰੂ ਅਮਰਦਾਸ ਜੀ ਆ ਜਾਣਗੇ। ਠੀਕ ਹੈ ਜੀ। ਫਿਰ ਆ ਗਿਆ ਹੂ ਵਾਜ਼ ਦਾ ਫਾਊਂਡਰ ਆਫ ਸਿੱਖਿਜ਼ਮ। ਬੜਾ ਈਜ਼ੀ ਕੁਐਸਚਨ ਹੈ। ਗੁਰੂ ਨਾਨਕ ਦੇਵ ਜੀ। ਪਿਛਲਾ ਪਾਰਟ ਕੀਤਾ, ਉਹਦੇ ਵਿੱਚ ਸਾਰੀ ਚੀਜ਼ਾਂ ਆਪਾਂ ਦੱਸੀਆਂ ਹੋਈਆਂ। ਫਿਰ ਹੈ ਹੂ ਵਾਜ਼ ਦਾ ਫਾਊਂਡਰ ਆਫ ਦਾ ਸਿਟੀ ਆਫ ਅੰਮ੍ਰਿਤਸਰ ਐਂਡ ਸਟਾਰਟਡ ਦਾ ਕੰਸਟਰਕਸ਼ਨ ਆਫ ਦਾ ਫੇਮਸ ਗੋਲਡਨ ਟੈਂਪਲ ਐਟ ਅੰਮ੍ਰਿਤਸਰ, ਦਾ ਹੋਲੀ ਸਿਟੀ ਆਫ ਦਾ ਸਿੱਖਸ। ਦਾ ਹੋਲੀ ਸਿਟੀ ਆਫ ਦਾ ਸਿੱਖਸ ਕਿਹਨੂੰ ਬੋਲਦੇ ਆ? ਅੰਮ੍ਰਿਤਸਰ ਨੂੰ। ਅੰਮ੍ਰਿਤਸਰ ਨੂੰ। ਠੀਕ ਹੈ ਜੀ। ਹੋਲੀ ਸਿੱਖ ਦਾ ਹੋਲੀ ਸਿਟੀ ਆਫ ਦਾ ਸਿੱਖਸ ਦਾ ਅੰਮ੍ਰਿਤਸਰ ਨੂੰ ਬੋਲਦੇ ਆ। ਅੰਮ੍ਰਿਤਸਰ ਦਾ ਨਿਰਮਾਣ ਕਿਹਨੇ ਕੀਤਾ? ਗੁਰੂ ਰਾਮਦਾਸ ਜੀ ਨੇ ਕੀਤਾ। ਠੀਕ ਹੈ ਜੀ। ਗੁਰੂ ਅੰਗਦ ਦੇਵ ਜੀ ਨੂੰ ਭਾਈ ਲਹਿਣਾ ਬੋਲਦੇ ਆ। ਭਾਈ ਲਹਿਣਾ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਗੁਰੂ ਅਮਰਦਾਸ ਜੀ ਤੀਜੇ ਗੁਰੂ ਹੈ। 73 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਗੱਦੀ 'ਤੇ ਬੈਠੇ ਸੀ। ਸਭ ਤੋਂ ਵੱਡੀ ਉਮਰ ਵਾਲੇ ਗੁਰੂ ਕੌਣ ਤੇ? ਗੁਰੂ ਅਮਰਦਾਸ ਜੀ ਸੀਗੇ। ਹੋਰ ਗੁਰੂ ਅਮਰਦਾਸ ਜੀ ਦੇ ਬਾਰੇ ਆਪਾਂ ਜਾਣਨਾ ਚਾਹੀਏ ਤਾਂ ਆਪਾਂ ਨੂੰ ਮੰਜੀ ਪ੍ਰਥਾ ਸ਼ੁਰੂ ਕੀਤੀ ਹੈ। ਠੀਕ ਹੈ ਜੀ। ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਹੈ। ਠੀਕ ਹੈ ਜੀ। ਮਸੰਦ ਪ੍ਰਥਾ ਸ਼ੁਰੂ ਕੀਤੀ ਹੈ। ਫਿਰ ਪੰਜਵਾਂ ਕੁਐਸਚਨ, ਹੂ ਇਨਵੈਂਟਡ ਦਾ ਐਂਡ ਇੰਟਰੋਡਿਊਸ ਦਾ ਗੁਰਮੁਖੀ ਲਿਪੀ ਰਿਟਨ ਫੋਰਮ ਆਫ ਪੰਜਾਬੀ। ਯਾਨੀ ਕਿ ਗੁਰਮੁਖੀ ਲਿਪੀ ਕਿਹਨੇ ਸ਼ੁਰੂ ਕੀਤੀ? ਆਪਾਂ ਪਾਰਟ ਨੰਬਰ 1 'ਚ ਪੜ੍ਹਿਆ ਸੀ, ਗੁਰੂ ਅੰਗਦ ਦੇਵ ਜੀ। ਗੁਰੂ ਅੰਗਦ ਦੇਵ ਜੀ ਨੂੰ ਭਾਈ ਲਹਿਣਾ ਵੀ ਬੋਲਦੇ ਆ। ਭਾਈ ਲਹਿਣਾ ਜੀ ਨੇ ਗੁਰਮੁਖੀ ਲਿਪੀ ਸ਼ੁਰੂ ਕੀਤੀ। ਮੱਲ ਅਖਾੜਾ ਸ਼ੁਰੂ ਕੀਤਾ ਫਿਜ਼ੀਕਲ ਐਕਸਰਸਾਈਜ਼ ਵਾਸਤੇ। ਭਾਈ ਲਹਿਣਾ ਜੀ ਦੀ ਵਾਈਫ ਖੀਵੀ ਸੀਗੇ, ਮਾਤਾ ਖੀਵੀ ਅਤੇ ਭਾਈ ਲਹਿਣਾ ਜੀ ਨੇ ਮਿਲ ਕੇ ਲੰਗਰ ਨੂੰ ਪ੍ਰੋਪਰਲੀ ਕਰਤਾ ਸ਼ੁਰੂ, ਕਿ ਵੀ ਹੁਣ ਤੋਂ ਲੰਗਰ ਹਰ ਗੁਰੂ ਹੀ ਸ਼ੁਰੂ ਕਰੂਗਾ, ਅੱਗੇ ਤੋਂ ਅੱਗੇ ਫਿਰ ਲੰਗਰ ਵੱਧਦਾ ਜਾਊਗਾ। ਇਹਦੇ ਵਿੱਚ ਮਾਤਾ ਖੀਵੀ ਜੀ ਦੇ ਹੱਥ ਦੀ ਦੇਸੀ ਘਿਓ ਦੀ ਖੀਰ ਬੜੀ ਮਸ਼ਹੂਰ ਸੀਗੀ। ਖੀਰ
ਇਹਨਾਂ ਦਾ ਮਕਸਦ ਇਹ ਸੀ ਕਿ ਪੌਸ਼ਟਿਕ ਲੰਗਰ ਦਿੱਤਾ ਜਾਵੇ ਅਤੇ ਮੱਲ ਅਖਾੜਾ ਵੀ ਇਹਨਾਂ ਨੇ ਸ਼ੁਰੂ ਕੀਤਾ ਗੁਰੂ ਅੰਗਦ ਦੇਵ ਜੀ ਨੇ। ਗੁਰੂ ਅੰਗਦ ਦੇਵ ਜੀ ਨੇ ਯਦੀ ਕੋਈ ਸ਼ਹਿਰ ਵਸਾਇਆ ਤਾਂ ਉਹ ਖਡੂਰ ਸਾਹਿਬ ਸੀ, ਖਡੂਰ ਸਾਹਿਬ, ਠੀਕ ਹੈ, ਖਡੂਰ ਸਾਹਿਬ ਵਸਾਇਆ ਸੀ। ਹੋਰ ਗੁਰੂ ਗੋਬਿੰਦ ਸਿੰਘ ਜੀ ਬਾਰੇ ਆਪਾਂ ਅਜੇ ਪੜ੍ਹਿਆ ਨਹੀਂ, ਗੁਰੂ ਰਾਮਦਾਸ ਜੀ ਦੇ ਬਾਰੇ ਆਪਾਂ ਪੜ੍ਹ ਲਿਆ। ਗੁਰੂ ਰਾਮਦਾਸ ਜੀ ਨੂੰ ਆਪਾਂ ਹੁਣੇ ਯਾਦ ਕਰਕੇ ਆਏ ਹਾਂ, ਜੇਠਾ ਜੀ ਇਹਨਾਂ ਦਾ ਨਾਮ ਸੀ। ਉਹਨਾਂ ਦੀ 7 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਦੇ ਪੇਰੈਂਟਸ ਦੀ ਡੈਥ ਹੋ ਗਈ ਸੀ ਔਰ 7 ਸਾਲ ਹੀ ਉਹ ਗੱਦੀ 'ਤੇ ਬੈਠੇ ਸੀਗੇ, ਬਸ ਇਹਨਾਂ ਯਾਦ ਕਰ ਲਓ। ਗੁਰੂ ਅਮਰਦਾਸ ਜੀ ਤੀਜੇ ਨੰਬਰ ਦੇ ਗੁਰੂ ਹੈ। ਗੁਰੂ ਅਮਰਦਾਸ ਜੀ ਤੋਂ ਆਨੰਦ ਯਾਦ ਕਰ ਲਿਓ, ਆਨੰਦ ਦਾ ਪਾਠ ਇਹ ਕਰਵਾਉਂਦੇ ਸੀ, ਠੀਕ ਹੈ ਜੀ। ਕਦੋਂ ਕਰਵਾਉਂਦੇ ਸੀ? ਜਦੋਂ ਮੈਰਿਜ ਹੁੰਦੀ ਸੀ ਜਾਂ ਜਦੋਂ ਕੋਈ ਖੁਸ਼ੀ ਦਾ ਟਾਈਮ ਹੁੰਦਾ ਸੀ, ਓਕੇ। ਫਿਰ ਗੁਰੂ ਰਾਮਦਾਸ ਜੀ ਉਹ ਸੀ ਜਿਨ੍ਹਾਂ ਨੇ ਲਾਵਾਂ ਲਿਖੀਆਂ ਸੀ। ਅੱਗੇ ਚੱਲਦੇ ਆਪਾਂ। ਫਿਰ ਵਿੱਚ ਸਿੱਖ ਗੁਰੂ ਸਟਰੈਂਥ ਯਾਨੀ ਕਿ ਤਾਕਤ ਦਿੱਤੀ, ਕਿਹਨੂੰ ਦਿੱਤੀ? ਗੁਰੂ ਕੇ ਲੰਗਰ ਨੂੰ। ਗੁਰੂ ਕੇ ਲੰਗਰ ਨੂੰ ਯਦੀ ਕਿਸੇ ਨੇ ਤਾਕਤ ਦਿੱਤੀ ਹੈ ਤਾਂ ਉਹ ਗੁਰੂ ਅਮਰਦਾਸ ਜੀ ਹੈ। ਗੁਰੂ ਅਮਰਦਾਸ ਜੀ ਨੇ ਗੁਰੂ ਦੇ ਲੰਗਰ ਨੂੰ ਤਾਕਤ ਦਿੱਤੀ ਹੈ, ਯਾਨੀ ਕਿ ਸ਼ੁਰੂਆਤ ਕੀਤੀ ਹੈ, ਠੀਕ ਹੈ ਜੀ। ਫਿਰ ਆ ਗਿਆ 10 ਸਿੱਖ ਗੁਰੂ ਹੂ ਐਜ ਰੋਟ ਗੁਰੂ ਨਾਨਕਸ ਬਾਇਓਗ੍ਰਾਫੀ। ਗੁਰੂ ਨਾਨਕ ਦੀ ਬਾਇਓਗ੍ਰਾਫੀ ਕਿਹਨਾਂ ਨੇ ਲਿਖੀ? ਗੁਰੂ ਅੰਗਦ ਦੇਵ ਜੀ ਨੇ, ਜਿਹਨੂੰ ਬੋਲਦੇ ਨੇ ਆਪਾਂ ਜਨਮ ਸਾਖੀ, ਜਨਮ ਸਾਖੀ, ਜਨਮ ਸਾਖੀ ਬੋਲ ਦਿੰਦੇ ਇਹਨੂੰ, ਠੀਕ ਹੈ। ਗੁਰੂ ਰਾਮਦਾਸ ਜੀ ਆਪਾਂ ਪੜ੍ਹ ਲਿਆ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ 5ਵੇਂ ਗੁਰੂ ਸੀ। 5 ਨੂੰ ਤੁਸੀਂ ਯਾਦ ਕਰਨਾ 25 ਨਾਲ, 5 ਦੀ ਸਕੁਐਰ, 25 ਸਾਲ ਰਾਜ ਕੀਤਾ ਸੀ ਇਹਨਾਂ ਨੇ, 25 ਸਾਲ ਗੱਦੀ 'ਤੇ ਬੈਠੇ ਸੀਗੇ, ਗੁਰਗੱਦੀ 'ਤੇ, ਠੀਕ ਹੈ ਜੀ। ਫਿਰ ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ ਹੋ ਗਏ। ਫਿਰ ਹੈਗਾ ਹੂ ਅਮੰਗ ਦਾ ਫੋਲੋਇੰਗ ਕੰਪੋਜੀਸ਼ਨਸ ਵਾਜ ਇਨਕਲੂਡਿਡ ਇਨ ਦਾ ਆਦਿ ਗ੍ਰੰਥ। ਆਦਿ ਗ੍ਰੰਥ ਦੇ ਵਿੱਚ ਕਿਹਨਾਂ ਕਿਹਨਾਂ ਦੀ ਕੰਪੋਜੀਸ਼ਨ ਜੁੜੀ ਹੋਈ ਹੈ? ਤਾਂ ਮੀਰਾ ਬਾਈ ਦੀ ਵੀ ਜੁੜੀ ਹੈ, ਨਾਮਦੇਵ ਦੀ ਵੀ ਜੁੜੀ ਹੈ, ਧੰਨਾ ਜੀ ਦੀ ਵੀ ਜੁੜੀ ਹੈ, ਸਭ ਦੀ ਜੁੜੀ ਹੈ, ਆਲ ਆਫ ਦਾ ਅਬਵ। ਫਿਰ 9ਵਾਂ ਕੁਐਸਚਨ ਆ ਗਿਆ ਵਿਚ ਆਫ ਦੀ ਫੋਲੋਇੰਗ ਸਿੱਖ ਗੁਰੂ ਓਰੀਜਨਲ ਨੇਮ ਵਾਜ ਲੈਣਾ। ਮੈਂ ਤੁਹਾਨੂੰ ਦੱਸ ਕੇ ਗਿਆ, ਲੈਣਾ ਨਾਮ ਗੁਰੂ ਅੰਗਦ ਦੇਵ ਜੀ ਦਾ ਸੀਗਾ। ਗੁਰੂ ਗੋਬਿੰਦ ਸਿੰਘ ਜੀ ਆਪਾਂ ਪੜ੍ਹੇ ਨੇ, ਗੁਰੂ ਨਾਨਕ ਦੇਵ ਜੀ ਦਾ ਨਾਮ ਕੀ ਸੀਗਾ? ਗੁਰੂ ਨਾਨਕ ਦੇਵ ਜੀ ਸੀ। ਗੁਰੂ ਨਾਨਕ ਦੇਵ ਜੀ ਦੇ ਫਾਦਰ ਸਾਹਿਬ ਦਾ ਨਾਮ ਮਹਿਤਾ ਕਾਲੂ ਸੀਗਾ, ਠੀਕ ਹੈ ਜੀ। ਗੁਰੂ ਨਾਨਕ ਦੇਵ ਜੀ ਨੂੰ 1499 ਈਸਵੀ ਦੇ ਵਿੱਚ ਬੇਨ ਨਦੀ ਦੇ ਕਿਨਾਰੇ, ਬੇਨ ਰਿਵਰ ਦੇ ਕਿਨਾਰੇ ਪਹਿਲੀ ਵਾਰ ਇਨਲਾਈਟਮੈਂਟ ਹੋਇਆ, ਠੀਕ ਹੈ ਜੀ। ਵਿਚ ਆਫ ਦੀ ਫੋਲੋਇੰਗ ਸਿੱਖ ਗੁਰੂ ਵਾਜ ਦਾ ਫਸਟ ਆਫ ਐਸਟੈਬਲਿਸ਼ ਗੁਰਗੱਦੀ ਇਨ ਖਡੂਰ ਸਾਹਿਬ। ਖਡੂਰ ਸਾਹਿਬ ਦੇ ਵਿੱਚ ਗੁਰਗੱਦੀ ਜੋ ਐਸਟੈਬਲਿਸ਼ ਕਰਨ ਵਾਲੇ ਗੁਰੂ ਸੀਗੇ ਗੁਰੂ ਅੰਗਦ ਦੇਵ ਜੀ ਸੀ। ਗੁਰੂ ਅੰਗਦ ਦੇਵ ਜੀ ਨੂੰ ਭਾਈ ਲਹਿਣਾ ਵੀ ਕਹਿੰਦੇ ਸੀਗੇ, ਠੀਕ ਹੈ, ਭਾਈ ਲਹਿਣਾ। ਹੁਣ ਮੈਂ ਤੁਹਾਨੂੰ ਕਾਲ ਵਾਪਸ ਯਾਦ ਕਰਾਉਣਾ, 1499 ਤੋਂ ਲੈ ਕੇ 1539 ਤੱਕ ਗੁਰੂ ਨਾਨਕ ਦੇਵ ਜੀ ਰਹੇ ਆ। ਗੁਰੂ ਅੰਗਦ ਦੇਵ ਜੀ ਦਾ ਟਾਈਮ ਰਿਹਾ 1539 ਦੇ ਵਿੱਚ 13 ਤੋਲਿਆ, 13 ਤੋਲਾਂਗੇ ਤਾਂ 1552 ਹੋ ਜਾਣਗੇ। ਫਿਰ ਗੁਰੂ ਅਮਰਦਾਸ ਜੀ, ਗੁਰੂ ਅਮਰਦਾਸ ਜੀ ਤੀਜੇ ਗੁਰੂ ਸੀ। ਗੁਰੂ ਅਮਰਦਾਸ ਜੀ ਨੇ ਕੀ ਕੀਤਾ? 12 ਕਰਤੇ। 1552 ਦੇ ਵਿੱਚ 12 ਜੋੜੋਗੇ ਤੁਸੀਂ 1574 ਹੋ ਜੂਗਾ। ਗੁਰੂ ਰਾਮਦਾਸ ਜੀ 7 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਦੀ ਪੈਰੈਂਟਸ ਦੀ ਡੈਥ ਹੋ ਗਈ ਸੀ, ਇਸ ਵਾਸਤੇ 7 ਸਾਲ ਤੁਸੀਂ ਯਾਦ ਰੱਖੋਗੇ। 1574 'ਚ 7 ਜੋੜੋਗੇ ਤਾਂ 1581 ਆ ਜੂਗਾ। ਫਿਰ ਆਏਂਗੇ ਗੁਰੂ ਅਰਜਨ ਦੇਵ ਜੀ, ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ ਦਾ ਟਾਈਮ ਆਇਆ ਤਾਂ ਮੈਂ 5ਵੇਂ ਗੁਰੂ ਹੈ, 5ਵੇਂ ਗੁਰੂ ਤੋਂ ਤੁਹਾਨੂੰ ਯਾਦ ਕਰਾਇਆ 25, 5 ਦੀ ਸਕੁਐਰ। 1581 ਦੇ ਵਿੱਚ ਤੁਸੀਂ 25 ਜੋੜ ਦੋਗੇ ਤਾਂ 1606 ਬਣ ਜੂਗਾ। 1606 ਤੱਕ ਤੁਹਾਨੂੰ ਸਾਰਾ ਟਾਈਮ ਯਾਦ ਕਰਨਾ ਹੈਗਾ ਅੱਜ ਦੇ ਟਾਈਮ 'ਚ। ਫਿਰ ਆਉਂਦੇ ਆ ਵਿਚ ਆਫ ਦੀ ਫੋਲੋਇੰਗ ਸਿੱਖ ਗੁਰੂ ਜਿਨ੍ਹਾਂ ਨੇ ਪਰਦਾ ਪ੍ਰਥਾ ਔਰ ਸਤੀ ਪ੍ਰਥਾ ਦਾ ਵਿਰੋਧ ਕੀਤਾ ਤਾਂ ਗੁਰੂ ਅਮਰਦਾਸ ਜੀ ਹੈ। ਇਹ ਵੀ ਆਪਾਂ ਯਾਦ ਕਰੇ, ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਪਰਦਾ ਪ੍ਰਥਾ ਦਾ ਵਿਰੋਧ ਕੀਤਾ ਅਤੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਪਹਿਲੀ ਵਾਰ। ਔਰ ਗੁਰੂ ਅੰਗਦ ਦੇਵ ਜੀ ਤੁਹਾਨੂੰ ਪੜ੍ਹ ਲਿਆ ਆਪਾਂ। ਗੁਰੂ ਅੰਗਦ ਦੇਵ ਜੀ ਦਾ ਟਾਈਮ ਕਦੋਂ ਸੀਗਾ? 1539 ਤੋਂ ਲੈ ਕੇ 1552, ਠੀਕ ਹੈ। ਔਰ ਬਾਕੀ ਸਾਰੇ ਕੁਐਸਚਨ ਆਪਣੇ ਯਾਦ ਹੋ ਗਏ। ਇੱਕ ਵਾਰੀ ਥੋੜ੍ਹਾ ਆਪਾਂ ਰਿਪੀਟ ਕਰ ਦਿੰਦੇ ਹਾਂ ਥੋੜ੍ਹੀਆਂ ਚੀਜ਼ਾਂ ਤਾਂ ਕਿ ਆਪਣੇ ਸਾਰੀਆਂ ਚੀਜ਼ਾਂ ਯਾਦ ਰਹਿ ਜਾਣ। ਥੋੜ੍ਹੀਆਂ ਜਿਹੀ ਚੀਜ਼ਾਂ ਯਾਦ ਕਰ ਦਿੰਦੇ ਆਪਾਂ, ਇੱਕ ਵਾਰੀ ਰਿਵਾਈਜ਼ ਮਾਰ ਦਾਂਗੇ ਤਾਂ ਆਪਾਂ ਨੂੰ ਚੀਜ਼ਾਂ ਦੀ ਇਸ਼ੂ ਨਹੀਂ ਆਉਣਗੇ ਅੱਗੇ। ਗੁਰੂ ਅਮਰਦਾਸ ਜੀ, ਗੁਰੂ ਅਮਰਦਾਸ ਜੀ ਉਹ ਸੀਗੇ ਜਿਨ੍ਹਾਂ ਨੇ 1552 ਤੋਂ ਲੈ ਕੇ 1574 ਤੱਕ ਗੱਦੀ ਰੱਖੀ ਹੈ, ਠੀਕ ਹੈ ਜੀ। 1479 10 ਸਾਲ ਬਾਅਦ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ 10 ਸਾਲ ਬਾਅਦ ਇਹਨਾਂ ਦਾ ਜਨਮ ਹੋਇਆ ਸੀਗਾ। 73 ਸਾਲ ਦੀ ਉਮਰ 'ਚ ਗੱਦੀ 'ਤੇ ਬੈਠੇ ਭਾਈ ਮੋਹਨ ਜੀ, ਭਾਈ ਮੋਹਰੀ ਜੀ, ਬੀਬੀ ਬਾਨੀ ਜੀ, ਬੀਬੀ ਦਾਨੀ ਜੀ। ਬੀਬੀ ਬਾਨੀ ਜੀ ਦੇ ਨਾਲ ਜੇਠਾ ਜੀ ਦਾ ਵਿਆਹ ਹੋਇਆ, ਠੀਕ ਹੈ ਜੀ। ਫਿਰ ਤੁਹਾਨੂੰ ਅੱਜ ਸਾਰੀਆਂ ਚੀਜ਼ਾਂ ਯਾਦ ਕਰਾਤੀਆਂ ਜਿੱਥੇ 12। ਫਿਰ ਆਨੰਦ ਸਾਹਿਬ ਇਹਨਾਂ ਨੇ ਲਿਖਿਆ। ਮੰਜੀ ਪ੍ਰਥਾ ਇਹਨਾਂ ਨੇ ਸ਼ੁਰੂ ਕੀਤੀ। ਪੰਗਤ ਮਸਟ ਪ੍ਰੋਸੀਡ ਸੰਗਤ ਇਹਨਾਂ ਨੇ ਸ਼ੁਰੂ ਕੀਤਾ। ਮੋਹਰੀ ਮੋਹਨ ਦਾਨੀ ਪਾਨੀ ਇਹਨਾਂ ਦੇ ਬੱਚੇ ਸੀਗੇ, ਠੀਕ ਹੈ। ਮਾਨਸਾ ਦੇਵੀ ਨਾਲ ਇਹਨਾਂ ਦਾ ਵਿਆਹ, ਮਾਨਸਾ ਦੇਵੀ ਨਾਲ ਹੀ ਡਿਸਕਸ਼ਨ ਕੀਤੀ ਸੀ ਕਿਹਦੀ? ਬੀਬੀ ਪਾਨੀ ਜੀ ਦੇ ਵਿਆਹ ਦੀ। ਅਤੇ ਫਿਰ ਹੋਰ ਚੀਜ਼ਾਂ ਆਪਣੀਆਂ ਹੋ ਗਈਆਂ। ਸਤੀ ਪ੍ਰਥਾ ਦਾ ਪਹਿਲੀ ਵਾਰ ਵਿਰੋਧ ਕਰਨ ਵਾਲੇ ਕੌਣ ਸੀਗੇ? ਗੁਰੂ ਅਮਰਦਾਸ ਜੀ ਸੀਗੇ, ਠੀਕ ਹੈ। ਫਿਰ 22 ਮੰਜੀਆਂ ਕਿਹਨਾਂ ਨੇ ਲਿਖਵਾਈਆਂ? ਇਹਨਾਂ ਨੇ ਲਿਖਵਾਈਆਂ। ਅਕਬਰ ਨੇ ਪਹਿਲੀ ਵਾਰ ਗੋਬਿੰਦਵਾਲ ਵਿਜ਼ਿਟ ਕਿਹਨਾਂ ਦੇ ਟਾਈਮ 'ਚ ਕੀਤਾ? ਇਹਨਾਂ ਦੇ ਟਾਈਮ 'ਚ ਕੀਤਾ। ਆਨੰਦ ਸਾਹਿਬ ਕਿਹਨਾਂ ਨੇ ਲਿਖਿਆ? ਇਹਨਾਂ ਨੇ ਲਿਖਿਆ। ਫਿਰ ਕੰਸਟਰਕਸ਼ਨ ਆਫ ਗੋਬਿੰਦਵਾਲ ਸਾਹਿਬ ਦਾ ਪੂਰਾ ਕਰਵਾਇਆ। ਗੁਰੂ ਰਾਮਦਾਸ ਜੀ ਨੇ ਕੀ ਕੀਤਾ? ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਸਾਇਆ, ਗੁਰੂ ਕਾ ਚੱਕ ਵਸਾਇਆ। ਅਕਬਰ ਵੀ ਇਹਨਾਂ ਦੇ ਟਾਈਮ 'ਚ ਸੀਗਾ। ਅਤੇ ਫਿਰ ਆ ਕੇ ਗੋਬਿੰਦਵਾਲ ਸਾਹਿਬ ਦੇ ਵਿੱਚ ਇਹਨਾਂ ਨੇ ਜੋਤੀ ਜੋਤ ਹੋ ਗਏ ਸੀ 1581 'ਚ। ਫਿਰ ਮੰਜੀ ਮਸੰਦ ਪ੍ਰਥਾ ਸ਼ੁਰੂ ਕੀਤੀ ਇਹਨਾਂ ਨੇ, ਲਾਵਾਂ ਸ਼ੁਰੂ ਕੀਤੀਆਂ, 2 ਸਰੋਵਰ ਬਣਾਏ ਇਹਨਾਂ ਨੇ। ਔਰ ਫਿਰ ਅਰਜਨ ਦੇਵ ਜੀ ਦੇ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ
कि सबसे पहले सिख यही ਸੀਗੇ जो शहीद होए ਸੀਗੇ। ਕੰਸਟਰਕਸ਼ਨ ਕਰਵਾਈ ਸੀਗੀ ਬੋਲੀ ਸਾਹਿਬ ਦੀ ਲਾਹੌਰ ਦੇ ਵਿੱਚ, ਅਤੇ 3 ਸ਼ਹਿਰ ਵਸਾਏ ਸੀ, ਤਰਨਤਾਰਨ, ਕਰਤਾਰਪੁਰ, ਹਰਗੋਬਿੰਦਪੁਰ। ਕਰਤਾਰਪੁਰ ਜਿਹੜਾ ਹੈਗਾ ਉਹ ਜਲੰਧਰ ਦੇ ਵਿੱਚ ਹੈ। ਤਰਨਤਾਰਨ ਤੁਹਾਨੂੰ ਪਤਾ ਹੈਗਾ ਰਾਵੀ ਅਤੇ ਬਿਆਸ ਦੇ ਵਿਚਾਲੇ ਹੈ, ਬਿਸਾਈਡ ਅੰਮ੍ਰਿਤਸਰ ਦੇ। 1590 'ਚ ਇਹ ਵਸਾਏ ਸੀਗੇ। ਫਿਰ ਦਸਵੰਧ ਪ੍ਰਥਾ ਸ਼ੁਰੂ ਕੀਤੀ ਇਹਨਾਂ ਨੇ। ਦਸਵੰਧ ਪ੍ਰਥਾ ਸ਼ੁਰੂ ਕੀਤੀ, ਆਦਿ ਗ੍ਰੰਥ ਲਿਖਿਆ। ਆਦਿ ਗ੍ਰੰਥ ਦੇ ਨਾਲ ਨਾਲ ਆਪਾਂ ਹੋਰ ਚੀਜ਼ ਲਿਖੀ ਸੀ, ਰਹਿਰਾਸ ਸਾਹਿਬ। ਠੀਕ ਹੈ। ਫਿਰ ਆ ਗਿਆ ਆਪਣੇ ਗੁਰੂ ਹਰਗੋਬਿੰਦ ਸਿੰਘ ਜੀ ਦੀ ਇਹਨਾਂ ਦੇ ਸਕਸੈਸਰ ਹੋ ਜਾਂਦੇ, ਇਹਨਾਂ ਦੇ ਮੁੰਡੇ ਹੋ ਜਾਂਦੇ ਆ, ਅਤੇ ਇਹਨਾਂ ਨੂੰ ਤੁਸੀਂ ਇਹ ਦੇ ਕੇ ਇਹਨਾਂ ਦੀ ਸ਼ਹੀਦ ਕੀਤਾ ਗਿਆ ਇਹਨਾਂ ਨੂੰ। ਅਤੇ ਆਪਣੇ ਬਾਅਦ 'ਚ MCQs ਹੋ ਗਏ। ਅਤੇ ਕਿਵੇਂ ਲੱਗੀ ਸਾਰੀ ਕਲਾਸ ਕਮੈਂਟ ਕਰਿਓ ਜ਼ਰੂਰ। ਇੱਕ ਵਾਰੀ ਟੈਲੀਗ੍ਰਾਮ ਗਰੁੱਪ ਆਪਣਾ ਜੁਆਇਨ ਕਰ ਲਓ। ਹਜੇ ਬਹੁਤ ਡੀਪ ਜਾਵਾਂਗੇ, ਪਰ ਇੱਕ ਵਾਰੀ ਪੇਪਰ ਦੀ ਨਜ਼ਰ ਨਾਲ ਇੰਨਾ ਕੁ ਆਪਾਂ ਤਿਆਰ ਕਰ ਰਹੇ ਹਾਂ ਕਿ ਤੁਹਾਡੇ ਪੇਪਰ 'ਚ ਜੋ ਉੱਪਰੋਂ ਕੁਐਸਚਨ ਆਉਣੇ ਆ ਉਹ ਤੁਹਾਡੇ ਸਹੀ ਹੋ ਜਾਣ। ਅਤੇ ਸਾਰੇ ਜਣੇ ਟੈਲੀਗ੍ਰਾਮ ਗਰੁੱਪ ਜੁਆਇਨ ਕਰੋ। ਉਹਦੇ ਵਿੱਚ ਮੈਂ PDFਾਂ ਪਾਊਂਗਾ ਇੱਕ ਵਾਰੀ ਪੂਰੀ ਕੰਪਲੀਟ ਹੋਣ ਤੋਂ ਬਾਅਦ। ਇੱਕ ਵਾਰੀ ਤੁਸੀਂ ਵੀਡੀਓ ਦੇਖੋ, ਵੀਡੀਓ ਦੇਖ ਕੇ ਤੁਹਾਨੂੰ ਕੋਈ ਡਾਊਟ ਹੁੰਦੇ ਆ ਤਾਂ ਤੁਸੀਂ ਮੇਰੇ ਤੋਂ ਪੁੱਛੋ, ਕਿਉਂਕਿ ਹੋ ਸਕਦਾ ਕੋਈ ਚੀਜ਼ ਮੈਂ ਭੁੱਲ ਗਿਆ ਹੋਵਾਂ ਜਾਂ ਮੇਰੇ ਤੋਂ ਗਲਤ ਦੱਸੀ ਗਈ ਹੋਵੇ, ਤਾਂ ਤੁਸੀਂ ਮੈਨੂੰ ਦੱਸੋਗੇ। ਅਤੇ ਪ੍ਰੋਪਰਲੀ ਵੀਡੀਓ ਦੇਖੋ, ਚੀਜ਼ਾਂ ਸਿੱਖਣ ਵਾਲੀਆਂ ਸਿੱਖੋ, ਔਰ ਟ੍ਰਿਕ ਜਿੱਥੇ ਲੱਗਦੀ ਉੱਥੇ ਲਾਊਂਗਾ। ਮੈਂ ਵੀ ਇੱਦਾਂ ਹੀ ਯਾਦ ਕਰਦਾ, ਮੈਂ ਵੀ ਪੇਪਰ ਦਿੱਤੇ ਹੈ, ਸਬ ਇੰਸਪੈਕਟਰ ਪੰਜਾਬ ਹੈਗਾ, ਅਤੇ ਸਾਰੀਆਂ ਚੀਜ਼ਾਂ ਹੈਗੀਆਂ ਆਪਾਂ ਹੌਲੀ ਹੌਲੀ ਕਲੀਅਰ ਕਰਦੇ ਚੱਲਾਂਗੇ ਅੱਗੇ। ਅਤੇ ਇੱਕ ਵਾਰੀ ਤੁਸੀਂ ਗਰੁੱਪ ਨਾਲ ਜੁੜੋ ਅਤੇ ਜਾਂ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ, ਤਾਂ ਕਿ ਜੋ ਵੀ ਨਵੀਂ ਵੀਡੀਓ ਪਾਉਣਾ ਤਾਂ ਉਹ ਤੁਹਾਡੇ ਤੱਕ ਪਹੁੰਚ ਸਕੇ।